सत श्री अकाल जी, बहुत बहुत स्वागत। ਅੱਜ ਇੱਕ ਵਾਰ ਫਿਰ ਤੋਂ ਉਸੇ ਟਾਈਮ ਤੇ ਉਸੇ ਦਿਨ ਹਾਜ਼ਰ ਹੋ ਗਿਆ ਜੀ ਤੁਹਾਡੇ ਲਈ ਖਾਸ ਸ਼ੋਅ ਲੈ ਕੇ। ਤੁਹਾਨੂੰ ਪਤਾ ਹੀ ਹੈ ਕਿ ਬਹੁਤ ਹੀ ਇੰਪੋਰਟੈਂਟ ਸ਼ੋਅ ਹੁੰਦਾ ਹੈ। ਸਾਡੇ ਸਟੂਡੈਂਟਸ ਨੂੰ, ਉਹਨਾਂ ਦੇ ਪੇਰੈਂਟਸ ਨੂੰ ਵੀ ਬਹੁਤ ਪਸੰਦ ਆਉਂਦਾ ਕਿਉਂਕਿ ਮੌਕਾ ਮਿਲਦਾ ਜੀ ਆਪਣੇ ਸਵਾਲ ਤੁਸੀਂ ਆਪਣੇ ਮੂੰਹੋਂ ਸਾਡੇ ਐਕਸਪਰਟ ਦੇ ਅੱਗੇ ਰੱਖਦੇ ਹੋ। ਸੋ ਕਿਸੇ ਵੀ ਕੰਟਰੀ ਨੂੰ ਲੈ ਕੇ ਕੋਈ ਵੀ ਡਾਊਟਸ, ਕੋਈ ਵੀ ਕਨਫਿਊਜ਼ਨ ਹੈਗੀ ਆ ਤੇ ਇਹ ਮੰਚ ਤੁਹਾਡੇ ਲਈ ਖਾਸ ਕਰਕੇ ਬਣਿਆ ਹੈਗਾ ਆ। ਸੋ ਆਪਣਾ ਇੱਕ ਚੰਗਾ ਭਵਿੱਖ ਚਾਹੁੰਦੇ ਹੋ, ਉਹਦੇ ਲਈ ਨੌਲੇਜ ਹੋਣੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਵੀਜ਼ਾ ਲਗਵਾਉਣਾ ਨਹੀਂ ਲਗਵਾਉਣਾ ਬਾਅਦ ਦੀ ਗੱਲ ਹੈਗੀ ਆ। ਕਿਸ ਕੰਸਲਟੈਂਟ ਦੇ ਕੋਲੋਂ ਲਗਵਾਉਣਾ, ਕਿਸ ਕੰਪਨੀ ਦੇ ਵਿੱਚ ਤੁਸੀਂ ਜਾਣਾ, ਉਹ ਬਾਅਦ ਦੀ ਗੱਲ ਹੈ। ਪਰ ਇੱਕ ਐਕਸਪਰਟ ਜਿਨ੍ਹਾਂ ਨੂੰ ਸਾਲਾਂ ਦਾ ਐਕਸਪੀਰੀਅੰਸ ਹੋਵੇ ਉਹਨਾਂ ਦੀ ਗੱਲ ਜ਼ਰੂਰ ਸੁਣਿਆ ਕਰੋ, ਫੋਨ ਵੀ ਜ਼ਰੂਰ ਕਰਿਆ ਕਰੋ, ਆਪਣੇ ਡਾਊਟਸ ਨੂੰ ਕਲੀਅਰ ਵੀ ਜ਼ਰੂਰ ਕਰਿਆ ਕਰੋ। ਸੋ ਜੀ ਸਾਈ ਓਵਰਸੀਜ਼ ਤੋਂ ਮਿਸਟਰ ਬਲਜਿੰਦਰ ਸਹਿਗਲ ਜੀ ਸਾਡੇ ਨਾਲ ਸਵਾਗਤ ਕਰ ਲੈਂਦੇ ਹਾਂ। ਹੈਲੋ ਸਰ। ਥੈਂਕ ਯੂ ਮੈਮ। ਪ੍ਰੋਗਰਾਮ ਦੇਖ ਰਹੇ ਸਾਰੇ ਵਿਊਵਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਈ ਹੋਪ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ। ਸੋ ਜੀ ਆਡੀਅנס, ਜੋ ਅੱਜ ਦਾ ਟੌਪਿਕ ਰਹੇਗਾ ਡਿਸਕਸ਼ਨ ਦਾ, ਸੋ ਜਿਵੇਂ ਸਭ ਨੂੰ ਪਤਾ ਸਾਈ ਓਵਰਸੀਜ਼ ਯੂਕੇ ਐਕਸਪਰਟ ਹੈ ਤੇ ਯੂਕੇ ਦੀ ਗੱਲ ਤਾਂ ਮੈਂ ਕਰਾਂਗੀ। ਯੂਕੇ ਨੂੰ ਲੈ ਕੇ ਜਿੰਨੇ ਵੀ ਡਾਊਟਸ ਹੈਗੇ ਅਲੱਗ-ਅਲੱਗ ਜਗ੍ਹਾ ਤੋਂ ਜੋ ਵੀ ਤੁਸੀਂ ਸੁਣਦੇ ਹੈਗੇ ਹੋ ਸਾਰਾ ਕੁਝ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ। ਇਸ ਤੋਂ ਇਲਾਵਾ ਮੈਂ ਅੱਜ ਉਹਨਾਂ ਬੱਚਿਆਂ ਦੀ ਗੱਲ ਵੀ ਕਰਨ ਵਾਲੀ ਹਾਂ, ਅਸੀਂ ਅੱਗੇ ਵੀ ਕਰੀਦੀ ਅਸੀਂ, ਜੇਕਰ ਤੁਹਾਡਾ ਕੋਈ ਆਪਣਾ, ਤੁਸੀਂ ਜਾਂ ਤੁਹਾਡਾ ਕੋਈ ਭੈਣ ਭਰਾ ਹੈਗਾ ਆ +2 ਕੀਤੇ ਹੋਏ, ਸਟੱਡੀ ਕੰਪਲੀਟ ਕੀਤੇ ਹੋਏ, ਬਹੁਤ ਸਾਲ ਹੋ ਗਏ ਨੇ, ਬਜਟ ਵੀ ਘੱਟ ਹੈਗਾ ਆ ਤੇ ਹੁਣ ਅਸੀਂ ਕੀ ਕਰੀਏ। ਸੋ ਉਹਨਾਂ ਲਈ ਵੀ ਖਾਸ ਸ਼ੋਅ ਅੱਜ ਦਾ ਹੋਣ ਵਾਲਾ ਹੈ ਕਿਉਂਕਿ ਉਹਨਾਂ ਨੂੰ ਵੀ ਨੌਲੇਜ ਦੇਵਾਂਗੇ, ਖਾਸ ਕਰਕੇ ਜਿਹੜੇ ਸਿੰਗਾਪੁਰ ਜਾਣਾ ਚਾਹੁੰਦੇ ਨੇ। ਸਿੰਗਾਪੁਰ ਇੱਕ ਵਧੀਆ ਡੈਸਟੀਨੇਸ਼ਨ, ਬਹੁਤ ਸਾਰੇ ਸਾਡੇ ਬੱਚੇ ਗਏ ਵੀ ਨੇ। ਸੋ ਉਹਨਾਂ ਦੀ ਅਸੀਂ ਗੱਲ ਕਰਾਂਗੇ। ਨੰਬਰ ਆ ਗਏ ਨੇ, ਇਹਨਾਂ ਨੰਬਰ ਨੂੰ ਨੋਟ ਕਰੋ, ਫੋਨ ਕਰਨੇ ਸ਼ੁਰੂ ਕਰੋ। ਸੋ ਸਰ, ਲਾਸਟ ਐਪੀਸੋਡ ਦੇ ਵਿੱਚ ਮੈਂ ਤੁਹਾਡੇ ਕੋਲੋਂ ਸਵਾਲ ਪੁੱਛਿਆ ਸੀਗਾ ਕਿ ਪ੍ਰੋਫਾਈਲ, ਕਿਉਂਕਿ ਅਲੱਗ-ਅਲੱਗ ਸਾਰੇ ਜਣੇ ਅਲੱਗ-ਅਲੱਗ ਹੀ ਕਹਿੰਦੇ ਨੇ ਵੀ ਆਹ ਬੱਚਾ ਜਾ ਸਕਦਾ, ਕੋਈ ਕੁਝ ਤੇ ਪ੍ਰੋਫਾਈਲ ਆਪਾਂ, ਤੁਸੀਂ ਸਾਡੇ ਕੋਲ ਸਮਾਂ ਘੱਟ ਸੀਗਾ, ਅੱਜ ਮੈਂ ਚਾਹਾਂਗੀ ਕਿਹੜੇ ਪ੍ਰੋਫਾਈਲ ਵਾਲਿਆਂ ਨੂੰ ਤੁਸੀਂ ਕਲੀਅਰ ਕਰ ਦਿਓ ਕਿ ਹਾਂਜੀ ਤੁਸੀਂ ਜਾ ਸਕਦੇ ਹੋ, ਕਿਹੜੇ ਪ੍ਰੋਫਾਈਲ ਵਾਲਿਆਂ ਨੂੰ ਤੁਸੀਂ ਸੁਜੈਸਟ ਕਰੋਗੇ ਕਿ ਯੂਕੇ ਵੀਜ਼ਾ ਨਾ ਲਗਵਾਓ। ਜੀ ਬਿਲਕੁਲ ਮੈਮ। देखो ਜਿਹੜੇ ਬੱਚੇ ਪਹਿਲੇ ਫਸਟ ਆਫ ਆਲ ਸਟਾਰਟ ਕਰਦਾ ਵਿਦਆਊਟ ਆਇਲਸ 10+2 ਬੱਚੇ +2 ਸਟੂਡੈਂਟਸ ਜਿਹਦੇ ਕਿ ਲਾਸਟ +2 2018 ਪਾਸ ਆਊਟ 65% ਮਾਰਕਸ ਵਿਦਆਊਟ ਆਇਲਸ ਐਲੀਜੀਬਲ ਹੈ। ਤੁਸੀਂ ਆਪਣਾ ਅਗਰ ਯੂਕੇ ਅਪਲਾਈ ਕਰਨਾ ਚਾਹ ਰਹੇ ਹੋ ਡੈਫੀਨਿਟਲੀ ਤੁਸੀਂ ਅਪਲਾਈ ਕਰ ਸਕਦੇ ਹੋ, ਬਸ਼ਰਤੇ ਵਿਦਆਊਟ ਆਇਲਸ ਕਿ ਤੁਸੀਂ ਥੋੜਾ ਕਮਿਊਨੀਕੇਟ ਕਰ ਸਕੋ ਕਿਉਂਕਿ ਯੂਨੀਵਰਸਿਟੀ ਦੀ ਇੰਟਰਵਿਊ ਡੈਫੀਨਿਟਲੀ ਆਏਗੀ। ਹੁਣ ਉਹ ਬੱਚਾ ਜਿਹੜਾ ਕਿ 2018 ਪਾਸ ਆਊਟ ਹੈ ਵਿਦ ਆਇਲਸ, ਡੈਫੀਨਿਟਲੀ ਤੁਸੀਂ ਅਪਲਾਈ ਕਰ ਸਕਦੇ ਹੋ। ਉਸ ਤੋਂ ਬਾਅਦ ਗ੍ਰੈਜੂਏਟ ਬੱਚਾ ਅਗਰ ਸਪੋਜ਼ ਕੋਈ ਸਟੂਡੈਂਟਸ ਪ੍ਰੋਗਰਾਮ ਦੇਖ ਰਿਹਾ ਜਿਹਦਾ ਗੈਪ ਗ੍ਰੈਜੂਏਸ਼ਨ ਤੋਂ ਬਾਅਦ 8 to 10 ਈਅਰਸ ਦਾ ਗੈਪ ਹੈ, ਕੀ ਉਹ ਬੱਚਾ ਅਪਲਾਈ ਕਰ ਸਕਦਾ ਹੈ? ਡੈਫੀਨਿਟਲੀ ਕਰ ਸਕਦਾ ਅਗਰ ਉਹ ਬੱਚੇ ਕੋਲ ਆਇਲਸ ਹੈ। ਆਇਲਸ ਹੈ ਡੈਫੀਨਿਟਲੀ ਅਪਲਾਈ ਕਰ ਸਕਦੇ ਹੋ। ਵਿਦਆਊਟ ਆਇਲਸ ਅਪਲਾਈ ਕਰਨਾ, ਗ੍ਰੈਜੂਏਸ਼ਨ ਹੋ 7 to 8 ਈਅਰਸ ਦਾ ਗੈਪ ਹੈ, ਕੋਈ ਪ੍ਰੋਬਲਮ ਨਹੀਂ ਹੈ। ਇੰਗਲਿਸ਼ ਤੁਹਾਡੀ ਅਗਰ ਪਰਸੈਂਟੇਜ ਦੀ ਗੱਲ ਕਰਾਂ 60% ਤੋਂ ਅਬਵ ਹੈ ਤਾਂ ਤੁਸੀਂ ਮਈ ਔਰ ਜੂਨ ਅਨਟੇਕ ਦੇ ਵਿੱਚ ਅੱਜ ਵੀ ਤੁਸੀਂ ਅਗਰ ਆਓਗੇ ਆਫਿਸ ਤੁਸੀਂ ਅਪਲਾਈ ਕਰ ਸਕਦੇ ਹੋ, ਬਸ਼ਰਤੇ ਕਿ ਤੁਹਾਡੇ ਕੋਲ 28 ਦਿਨ ਪੁਰਾਣੇ ਫੰਡਸ ਰੈਡੀ ਹੈ। ਅਗਰ ਨਹੀਂ ਰੈਡੀ ਤਾਂ ਆਫਿਸ ਵਿਜ਼ਿਟ ਕਰੋ, ਮੈਂ ਤੁਹਾਨੂੰ ਜ਼ਰੂਰ ਦੱਸਾਂਗਾ ਤੁਸੀਂ ਕਿਸ ਤਰ੍ਹਾਂ ਆਪਣੇ ਫੰਡਸ ਆਪਣੇ ਹੀ ਦਿਖਾ ਸਕਦੇ ਹੋ, ਤੁਹਾਨੂੰ ਕਿਸੇ ਫਾਈਨੈਂਸਰ ਦੀ ਹੈਲਪ ਲੈਣ ਦੀ ਜ਼ਰੂਰਤ ਨਹੀਂ ਹੈ। ਸੋ ਉਸ ਤੋਂ ਬਾਅਦ ਸਪਾਊਸ ਕੇਸ ਬਹੁਤ ਜ਼ਿਆਦਾ ਮੈਂ ਅਗਰ ਗੱਲ ਕਰਾਂ, ਲਾਸਟ ਐਪੀਸੋਡ ਵਿੱਚ ਮੈਂ ਗੱਲ ਕਰ ਰਿਹਾ ਸੀ ਇੰਸਟਾਗ੍ਰਾਮ ਤੇ ਅਗਰ ਬੱਚੇ ਸਾਨੂੰ ਫੋਲੋ ਕਰ ਰਹੇ ਆ, ਦੇਖੋ ਸਾਈ ਓਵਰਸੀਜ਼ ਐਜੂਕੇਸ਼ਨ ਸਰਵਿਸ ਨੇ ਕਿੰਨਾ ਜ਼ਿਆਦਾ ਸਪਾਊਸ ਵੀਜ਼ਾ ਅਪਲਾਈ ਕੀਤਾ ਹੈ। ਸੋ ਪਲੀਜ਼ ਕਾਲ ਜੀ ਸਰ, ਕਾਲ ਤੇ ਨਾਲ ਸਪਾਊਸ ਕੇਸ ਜਾਣਨ ਵਾਸਤੇ ਤੁਸੀਂ ਵੇਟ ਕਰੋ ਜੀ। ਆਪਾਂ ਕਾਲ ਲੈਣੇ ਆ ਪਹਿਲਾਂ। ਹੈਲੋ ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ? मैं शिमला से बात कर रही हूँ। हाँ जी, मुझे अपनी प्रोफाइल का पूछना था। पूछिए। 2013 पास आउट हूँ, उसके बाद 6 ईयर का मेरे पास वर्क एक्सपीरियंस है। ओके। मैंने विदाउट साइंस जाना है और हमारा जो बजट है वो भी थोड़ा कम है। मेरा कौन सी कंट्री लग सकता है? ओके, बजट। मैम 12th में आपकी परसेंटेज क्या है? 12th में परसेंटेज है 62 और इंग्लिश में मैम? इंग्लिश में है 70। तो कोई प्रॉब्लम नहीं, डेफिनेटली मैम ये बच्चा अप्लाई कर सकता है क्योंकि 65% तो अबव अगर ਤੁਹਾਡੇ ਮਾਰਕਸ ਹੈ ਵਿਦਆਊਟ ਆਇਲਸ ਤੁਸੀਂ ਯੂਕੇ ਅਪਲਾਈ ਕਰ ਸਕਦੇ ਹੋ। ਲੇਕਿਨ ਅਗਰ ਤੁਹਾਡੇ ਮਾਈਂਡ ਵਿੱਚ ਇਹ ਕਨਫਿਊਜ਼ਨ ਹੈ ਜਾਂ ਤੁਹਾਨੂੰ ਇਹ ਮਿਥ ਹੈ ਕਿ ਨਹੀਂ ਅਗਰ ਵਿਦਆਊਟ ਆਇਲਸ ਮੈਂ ਅਪਲਾਈ ਕਰਾਂਗੀ ਮੇਰਾ ਵੀਜ਼ਾ ਸਕਸੈਸ ਰੇਟ ਉਨਾ ਅੱਛਾ ਨਹੀਂ ਰਹੇਗਾ ਐਜ਼ ਕੰਪੈਰੀਜ਼ਨ ਜਿਹੜੇ ਬੱਚੇ ਕਿ ਵਿਦ ਆਇਲਸ ਨਾਲ ਕਰ ਰਹੇ ਨੇ, ਤਾਂ ਬਿਲਕੁਲ ਗਲਤ ਹੈ ਕਿਉਂਕਿ ਇਹ ਚੀਜ਼ ਹਰ ਇੱਕ ਚੀਜ਼ ਅਸੀਂ ਆਪਣੇ ਐਕਸਪੀਰੀਅੰਸ ਦੇ ਨਾਲ ਤੁਹਾਨੂੰ ਦੱਸ ਰਹੇ ਹਾਂ ਕਿ ਸਾਈ ਓਵਰਸੀਜ਼ ਦਾ 100% ਸਕਸੈਸ ਰੇਟ ਰਿਹਾ ਜਿਹੜਾ ਕਿ 2022 ਜਨ ਅਨਟੇਕ ਦਾ। ਸੋ ਉਹਦੇ 'ਚ ਮੈਂ ਦੇਖਿਆ ਵਿਦਆਊਟ ਆਇਲਸ ਵਿਦ ਆਇਲਸ ਜਿੰਨੇ ਬੱਚਿਆਂ ਨੇ ਵੀਜ਼ਾ ਅਪਲਾਈ ਕੀਤੇ ਨੇ ਕਿਸੇ ਦੀ ਵੀ ਰਿਫਿਊਜ਼ਲ ਨਹੀਂ ਆਈ ਹੈ ਔਰ ਕਿਸੇ ਬੱਚੇ ਦੀ ਵੀ ਅੰਬੈਸੀ ਦੀ ਇੰਟਰਵਿਊ ਨਹੀਂ ਕਾਲ ਆਈ। ਸਿਰਫ ਔਰ ਸਿਰਫ ਅਗਰ ਯੂਨੀਵਰਸਿਟੀਜ਼ ਦੀ ਕਾਲ ਡੈਫੀਨਿਟਲੀ ਆ ਰਹੀਆਂ ਨੇ, ਲੇਕਿਨ ਅਗਰ ਤੁਸੀਂ ਚਾਹ ਰਹੇ ਹੋ ਕਿ ਮੈਂ ਯੂਨੀਵਰਸਿਟੀ ਦੀ ਔਰ ਅੰਬੈਸੀ ਦੀ ਕੋਈ ਵੀ ਇੰਟਰਵਿਊ ਫੇਸ ਕਰਨ ਤੋਂ ਘਬਰਾ ਰਿਹਾ
ਜਾਂ ਮੈਂ ਚਾਹ ਰਿਹਾ ਮੈਨੂੰ ਇੰਟਰਵਿਊ ਫੇਸ ਕਰਨੀ ਨਾ ਪਏ ਤਾਂ ਬੈਸਟ ਹੈ ਕਿ ਅਗਰ ਤੁਸੀਂ 2018 ਪਾਸ ਆਊਟ ਹੋ, ਤੁਹਾਡੇ ਕੋਲ ਆਇਲਸ ਹੈ 6 ਬੈਂਡ ਨੋ ਲੈਸ ਦੈਨ 5.5 ਬੈਂਡ ਤੇ ਸਾਡੇ ਕੋਲ ਆਪਸ਼ਨ ਹੈ ਉਹ ਬੱਚਿਆਂ ਵਾਸਤੇ ਕਿ ਨਾ ਤੁਹਾਨੂੰ ਬਿਫੋਰ ਕੈਸ ਨਾ ਆਫਟਰ ਕੈਸ ਤੁਹਾਨੂੰ ਕੋਈ ਇੰਟਰਵਿਊ ਕਾਲ ਨਹੀਂ ਆਏਗੀ, ਕੋਈ ਐਮਬੈਸੀ ਦੀ ਕੋਈ ਯੂਨੀਵਰਸਿਟੀ ਦੀ ਕਾਲ ਨਹੀਂ ਆਏਗੀ। ਸੋ ਤੁਹਾਨੂੰ 100% ਵੀਜ਼ਾ ਦੀ ਸ਼ੋਰਟੀ ਕਿਸ ਤਰ੍ਹਾਂ, ਨਾ ਵੀਜ਼ਾ ਲੱਗਣ ਤੋਂ ਤੁਸੀਂ ਪਹਿਲੇ ਕੋਈ ਪੇਮੈਂਟ ਦੇਣੀ ਹੈ, ਨਾ ਕੈਸ਼ ਦੇ ਟਾਈਮ ਕੋਈ ਪੇਮੈਂਟ ਦੇਣੀ ਹੈ। ਪੇਮੈਂਟ ਕਦੋਂ ਦੇਣੀ, ਜਦੋਂ ਤੁਹਾਨੂੰ ਵੀਜ਼ਾ ਮਿਲ ਜਾਏਗਾ। ਬਹੁਤ ਸਾਰੇ ਕੰਸਲਟੈਂਟ ਮੈਡਮ ਇਸ ਚੀਜ਼ ਨੂੰ ਐਡ ਕਰ ਰਹੇ ਨੇ ਕਿ ਪੇਮੈਂਟ ਵੀਜ਼ੇ ਤੋਂ ਬਾਅਦ, ਫਿਰ ਉਹ ਕਹਿੰਦੇ ਨੇ ਸਰ ਕੈਸ਼ ਦੀ ਜਿਹੜੀ ਫੀਸ ਆ ਤੁਸੀਂ ਪੇ ਕਰੋਗੇ ਜੋ ਫੀਸ ਆਈ ਹੈ। ਸੋ ਉਹ ਆਪਣਾ ਰਿਸਕ ਬਹੁਤ ਘੱਟ ਲੈ ਰਹੇ ਨੇ। ਬਹੁਤ ਮੈਂ ਦੇਖ ਰਿਹਾ ਕਿ ਪੈਕੇਜ ਕਰ ਰਹੇ ਨੇ, ਬੱਚੇ ਨੂੰ ਕਹਿਣਗੇ ਕਿ ਪੈਕੇਜ ਕਰ ਰਹੇ ਹਾਂ ਅਸੀਂ ਵੀ ਤੁਹਾਡੇ ਕੋਲ ਪੇਮੈਂਟ ਵੀਜ਼ਾ ਲੱਗਣ ਤੋਂ ਬਾਅਦ ਲਵਾਂਗੇ, ਲੇਕਿਨ ਮੈਨੂੰ ਬੱਚੇ ਆ ਕੇ ਦੱਸਦੇ ਸਰ ਅਸੀਂ ਫਲਾਣੇ ਕੰਸਲਟੈਂਟ ਤੋਂ ਡਾਕੂਮੈਂਟਸ ਲੈ ਕੇ ਆਏ ਹਾਂ ਕਿਉਂਕਿ ਅਸੀਂ ਉਹਨਾਂ ਸਾਡੇ ਨੀਅਰ ਬਾਈ ਸੀ, ਅਸੀਂ ਉਹਨਾਂ ਤੋਂ ਕਨਵਿੰਸ ਹੋ ਗਏ ਕਿ ਉਹਨਾਂ ਨੇ ਕਿਹਾ ਸੀ ਪੇਮੈਂਟ ਵੀਜ਼ਾ ਲੱਗਣ ਤੋਂ ਬਾਅਦ। ਲੇਕਿਨ ਜਦੋਂ ਕੈਸ਼ ਆ ਗਿਆ ਸਾਡੀ ਆਫਰ ਤੋਂ ਬਾਅਦ, ਜਦੋਂ ਫੀਸ ਟ੍ਰਾਂਸਫਰ ਕਰਨ ਦਾ ਟਾਈਮ ਆਇਆ ਤੇ ਨਹੀਂ ਜੀ ਫੀਸ ਤੁਸੀਂ ਟ੍ਰਾਂਸਫਰ ਕਰਨੀ ਹੈ। ਸੋ ਉਹਦੇ ਵਿੱਚ ਕੀ ਹੈ ਕਿ ਉਹ ਜਦੋਂ ਬੱਚਾ ਆਰਗੂ ਕਰਦਾ ਹੈ ਕਿ ਮੈਂ ਸਰ ਤੁਸੀਂ ਕਿਹਾ ਸੀ ਪੇਮੈਂਟ ਵੀਜ਼ਾ ਲੱਗਣ ਤੋਂ ਬਾਅਦ, ਉਹ ਕਹਿੰਦੇ ਜੀ ਅਸੀਂ ਆਪਣੀ ਪ੍ਰੋਸੈਸਿੰਗ ਫੀਸ ਕਹੀ ਸੀ ਵੀਜ਼ਾ ਲੱਗਣ ਤੋਂ ਬਾਅਦ। ਸੋ ਕਿਤੇ ਨਾ ਕਿਤੇ ਗੱਲ ਨੂੰ ਕੋਈ ਹਿਡਨ ਰੱਖ ਕੇ ਘੁਮਾਇਆ ਜਾ ਰਿਹਾ ਹੈ। ਸੋ ਇਹ ਫੈਸਿਲਿਟੀ ਸਿਰਫ ਤੁਹਾਨੂੰ ਉਹੀ ਕੰਪਨੀ ਦੇਗੀ ਜਿਹੜੀ ਕੰਪਨੀ ਨੂੰ ਆਪਣੇ ਆਪ ਤੇ ਆਪਣੀ ਐਕਸਰਸਾਈਜ਼ ਤੇ ਆਪਣੇ ਸਟਾਫ ਤੇ ਖੁਦ ਤੇ ਕੌਨਫੀਡੈਂਸ ਹੋਏਗਾ ਕਿ ਅਸੀਂ ਵਿਦਆਊਟ ਆਇਲਸ ਬਹੁਤ ਬੱਚਿਆਂ ਦੇ ਵਿਦ ਗੈਪ ਦੇ ਨਾਲ ਬਹੁਤ ਵੀਜ਼ਾ ਅਪਰੂਵ ਕਰਵਾਏ ਨੇ, ਉਹੀ ਤੁਹਾਨੂੰ ਸਾਰੀ ਪੇਮੈਂਟ ਤੁਹਾਡੇ ਕੋਲ ਆਫਟਰ ਗੈਟਿੰਗ ਵੀਜ਼ਾ ਲੈਣਗੇ। ਸੋ ਸਾਈ ਓਵਰਸੀਜ਼ ਇੱਕ ਉਹ ਪਲੇਟਫਾਰਮ ਹੈ ਜਿਹੜੀ ਕਿ ਡੈਫੀਨਿਟਲੀ ਜੋ ਕਹਿੰਦੀ ਹੈ ਉਹ ਕਰਦੀ ਹੈ। ਅਗਰ ਤੁਹਾਨੂੰ ਕਿਹਾ ਜਾਂਦਾ ਕਿ ਪੇਮੈਂਟ ਵੀਜ਼ਾ ਲੱਗਣ ਤੋਂ ਬਾਅਦ, ਡੈਫੀਨਿਟਲੀ ਤੁਸੀਂ ਪੇਮੈਂਟ ਕਰਨੀ ਹੈ ਵੀਜ਼ਾ ਲੱਗਣ ਤੋਂ ਬਾਅਦ। ਬਿਲਕੁਲ ਜੀ। ਸੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ? ਮੈਮ ਗਗਨਜੋਤ ਗੱਲ ਕਰ ਰਿਹਾ ਜੀ। ਹਾਂਜੀ ਦੱਸੋ ਜੀ ਗਗਨ, ਕੀ ਸਵਾਲ ਹੈ? ਮੈਮ ਮੈਂ ਨਾ ਐਕਚੁਅਲੀ ਆਪਣਾ ਵੀਜ਼ੇ ਦਾ ਯੂਕੇ ਦਾ ਪੁੱਛਣਾ ਸੀਗਾ। ਪੁੱਛੋ ਜੀ, ਕੀ ਪੁੱਛਣਾ ਚਾਹੁੰਦੇ ਹੋ? ਹਾਂਜੀ ਮੈਮ ਮੇਰੀ ਨਾ +2 ਆ ਮੈਮ 2016 ਦੇ ਵਿੱਚ 68%। ਹਾਂਜੀ ਤੇ ਵਿਦਆਊਟ IELTS ਮੇਰੀ ਆਇਲਸ ਨਹੀਂ ਕੀਤੀ ਹੋਈ। ਆਇਲਸ ਨਹੀਂ ਕੀਤੀ ਤਾਂ 58 ਤੁਹਾਡੇ ਓਵਰਆਲ ਹੈ, ਇੰਗਲਿਸ਼ ਸਬਜੈਕਟ ਦੇ ਤੁਹਾਡੇ 58% ਮਾਰਕਸ ਹੈ। ਸਰ ਇੰਗਲਿਸ਼ ਦੇ ਵਿੱਚ ਮੇਰੇ 59% ਹੈ ਜੀ। 59%। ਨਹੀਂ ਦੇਖੋ, ਇਸ ਤਰ੍ਹਾਂ ਦੇ ਬੱਚਿਆਂ ਨੂੰ ਸਟੂਡੈਂਟਸ ਨੂੰ ਮੈਂ ਇਹੀ ਗਾਈਡ ਕਰਾਂਗਾ ਕਿ ਤੁਹਾਡੇ ਵਾਸਤੇ ਬੈਸਟ ਇਨਫੋਰਮੇਸ਼ਨ ਕੀ ਹੈ। ਦੇਖੋ ਬਹੁਤ ਸਾਰੇ ਕੰਸਲਟੈਂਟ ਇਸ ਤਰ੍ਹਾਂ ਦੇ ਨੇ ਮਾਰਕੀਟ ਜਿਹੜੇ ਕਿ ਤੁਹਾਡੇ ਅਗਰ 40-50% ਮਾਰਕਸ ਹੈ ਤੇ ਤੁਹਾਨੂੰ ਆਫਰ ਤੁਹਾਨੂੰ ਕੈਸ਼ ਲੈ ਕੇ ਦੇ ਦਿੰਦੇ ਨੇ, ਨੋ ਡਾਊਟ ਲੈ ਕੇ ਦਿੰਦੇ ਨੇ, ਲੇਕਿਨ ਉਹਦੇ ਵਿੱਚ ਟਾਈਮ ਬਹੁਤ ਜ਼ਿਆਦਾ ਹੈ ਕਿਉਂਕਿ ਦੇਖੋ ਇੱਕ ਬੱਚੇ ਨੂੰ ਨੀਅਰ ਅਬਾਊਟ 6 ਮੰਥ ਤੋਂ 1 ਈਅਰ ਤੱਕ ਇੰਡੀਆ ਦੇ ਵਿੱਚ ਲੱਗ ਜਾਂਦਾ। ਉਹ ਕਿਤੇ ਨਾ ਕਿਤੇ ਉਹ ਬੱਚਿਆਂ ਦੇ ਪੇਸ਼ੈਂਸ ਲੈਵਲ ਨਹੀਂ ਇੰਨੇ ਹੁੰਦੇ ਕਿ ਉਹਨਾਂ ਨੂੰ ਲੱਗਦਾ ਕਿ ਯਾਰ ਮੇਰੇ ਬਾਕੀ ਫਰੈਂਡਸ ਦੇ ਵੀਜ਼ਾ 2-3 ਮਹੀਨੇ 'ਚ ਲੱਗ ਗਏ, ਮੈਨੂੰ ਸਾਲ ਹੋ ਗਿਆ, ਮੈਨੂੰ 10 ਮਹੀਨੇ ਹੋ ਗਏ, ਮੇਰਾ ਵੀਜ਼ਾ ਨਹੀਂ ਆਇਆ। ਸੋ ਉਹਦੇ 'ਚ ਬੱਚੇ ਨੂੰ ਪਹਿਲੇ ਤੁਹਾਨੂੰ ਇੰਟਰਵਿਊ ਪ੍ਰੈਪਰੇਸ਼ਨ ਕਰਵਾਈ ਜਾਂਦੀ ਹੈ, ਯੂਨੀਵਰਸਿਟੀ ਤੁਹਾਡੀ ਇੰਟਰਵਿਊ ਲੈਂਦੀ ਹੈ, ਉਹ ਬੱਚਿਆਂ ਨੂੰ ਬਹੁਤ ਟਾਈਮ ਲੱਗਦਾ ਹੈ। ਸੋ ਬੈਟਰ ਇਹਦੇ ਮੈਂ ਇਹ ਕਹਾਂਗਾ ਕਿ ਅਗਰ ਤੁਹਾਡੀ ਪਰਸੈਂਟੇਜ ਘੱਟ ਹੈ, ਤੁਹਾਡੀ 40-50% ਮਾਰਕਸ ਹੈ, ਡੈਫੀਨਿਟਲੀ ਅਸੀਂ ਤੁਹਾਨੂੰ ਵੀਜ਼ਾ ਲੈ ਕੇ ਦੇਵਾਂਗੇ, ਲੇਕਿਨ 2 ਤੋਂ 3 ਮੰਥ ਦੇ ਵਿੱਚ ਵੀਜ਼ਾ ਲੈ ਕੇ ਦਾਂਗੇ ਬਸ਼ਰਤੇ ਤੁਸੀਂ ਪੀਟੀ ਜਾਂ UKBA ਦੀ ਆਇਲਸ ਕਰੋ। ਸੋ ਆਇਲਸ ਕਰਕੇ ਅਗਰ ਤੁਸੀਂ ਆਓਗੇ, ਇੱਕ ਦੇਖੋ ਕਰਵਾਉਣਾ ਹਰ ਇੱਕ ਕੰਸਲਟੈਂਟ ਨੇ ਤੁਹਾਡਾ ਕੰਮ ਹੈ। ਅਗਰ ਤੁਸੀਂ ਉਹਨਾਂ ਕੋਲ ਵੀ ਜਾ ਰਹੇ ਹੋ ਜਿਹੜੇ ਤੁਹਾਨੂੰ 40-50% 60% ਦੇ ਨਾਲ ਤੁਹਾਨੂੰ ਆਪਣਾ ਕੈਸ਼ ਲੈਟਰ ਵੀਜ਼ਾ ਲੈ ਕੇ ਦੇ ਰਹੇ ਨੇ, ਸੋ ਇੰਟਰਵਿਊ ਪ੍ਰੈਪਰੇਸ਼ਨ ਉਹਨਾਂ ਨੇ ਵੀ ਕਰਵਾ ਕੇ ਦੇਣੀ ਹੈ। ਸੋ ਉਹ ਵੀ ਸਾਰੇ ਹੀ ਕੰਸਲਟੈਂਟ ਇਹੀ ਚੀਜ਼ ਬੱਚਿਆਂ ਨੂੰ ਕਨਵਿੰਸ ਕਰਦੇ ਕਿ ਤੁਸੀਂ ਪਹਿਲੇ ਆਇਲਸ ਔਰ PT ਕਰੋ, ਇਹੀ ਬੈਟਰ ਹੈ। ਸੋ ਬੱਚਾ ਜਦੋਂ ਕਹਿੰਦਾ ਕਿ ਨਹੀਂ ਮੈਂ ਆਇਲਸ ਨਹੀਂ ਕਰਨੀ, ਮੈਂ PT ਨਹੀਂ ਕਰਨੀ, ਤੇ ਤੁਹਾਨੂੰ ਇੰਟਰਵਿਊ ਕਲੀਅਰ ਕਰਨ ਵਾਸਤੇ ਯੂਨੀਵਰਸਿਟੀ ਦੀ ਇੰਟਰਵਿਊ ਪ੍ਰੈਪਰੇਸ਼ਨ ਤੇ ਤੁਹਾਨੂੰ ਕਰਨੀ ਪਏਗੀ। ਉਹ ਸੇਮ ਉਹੀ ਹੈ ਕਿ ਤੁਸੀਂ ਇੱਕ ਆਇਲਸ ਦੀ ਤਰ੍ਹਾਂ ਹੀ ਪੂਰੀ ਸਟੱਡੀ ਕਰਨੀ ਹੈ, ਪੂਰੇ 2 ਘੰਟੇ ਦੀ 3 ਘੰਟੇ ਦੀ ਤੁਹਾਡੀ ਕਲਾਸ ਹੋਏਗੀ। ਸੋ ਬੈਟਰ ਇਹਦੇ ਕਿ ਅਗਰ ਤੁਸੀਂ ਆਇਲਸ 'ਤੇ ਉਹਨਾਂ ਟਾਈਮ ਲਗਾਓਗੇ, ਤੁਹਾਨੂੰ ਬੈਨੀਫਿਟ ਕੀ ਹੋਏਗਾ ਕਿ ਅਗਰ ਤੁਸੀਂ ਬਹੁਤ ਅੱਛਾ ਸਕੋਰ ਅਚੀਵ ਕਰਦੇ ਹੋ, ਤੁਹਾਡੇ ਕੋਲ ਆਸਟ੍ਰੇਲੀਆ ਔਰ ਕੈਨੇਡਾ ਦੀ ਆਪਸ਼ਨ ਵੀ ਨਾਲ ਹੋਏਗੀ। ਸੋ ਇਹ ਚੀਜ਼ ਨੂੰ ਸਮਝੋ। ਸੋ ਇਹ ਚੀਜ਼ ਨੂੰ ਕਦੀ ਨਾ ਕਹੋ ਕਿ ਸਰ ਨਹੀਂ ਕਿ ਮੈਂ ਆਇਲਸ ਨਹੀਂ ਕਰ ਸਕਦਾ, ਗਿਵ ਅਪ ਕਦੀ ਨਾ ਕਰੋ, ਐਫਰਟਸ ਕਰੋ, ਜਾਓ, ਸਟਰਗਲ ਕਰੋ, ਐਫਰਟਸ ਕਰੋ, ਕਲਾਸਿਸ ਲਗਾਓ, ਕਮਿਊਨੀਕੇਟ ਕਰੋ, ਜਿੰਨਾ ਹੋ ਸਕੇ ਨਿਊਜ਼ਪੇਪਰ ਰੀਡ ਕਰੋ, ਇੰਗਲਿਸ਼ ਮੂਵੀਜ਼ ਦੇਖੋ, ਇੰਗਲਿਸ਼ ਸੌਂਗਸ ਦੇਖੋ, ਇੰਪਰੂਵਮੈਂਟ ਤੁਹਾਡੀ ਡੈਫੀਨਿਟਲੀ ਆਏਗੀ। ਫਿਰ ਦੇਖੋ ਅਗਰ ਕੁਝ ਪਾਉਣ ਵਾਸਤੇ ਕੁਝ ਖੋਣਾ ਤੇ ਪਏਗਾ, ਕੁਝ ਪਾਉਣ ਵਾਸਤੇ ਤੁਹਾਨੂੰ ਜਿਹੜਾ ਫਾਲਤੂ ਆਪਾਂ WhatsApp ਤੇ ਜਾਂ ਹੋਰ ਟਾਈਮ ਵੇਸਟ ਕਰਦੇ ਹਾਂ, ਉਹ ਚੀਜ਼ਾਂ ਤੋਂ ਤੁਹਾਨੂੰ ਪਰਹੇਜ਼ ਕਰਨਾ ਪਏਗਾ, ਆਪਣੀ ਸਟੱਡੀ ਨੂੰ ਫੋਕਸ ਕਰਨਾ ਪਏਗਾ। ਜਿਹੜੀ ਟਾਈਮ ਤੁਸੀਂ ਪਹਿਲੇ ਵੇਸਟ ਕੀਤਾ ਹੈ, ਹੁਣ ਅਗਰ ਤੁਸੀਂ 2-3 ਮਹੀਨੇ ਸੀਰੀਅਸ ਹੋ ਕੇ ਆਪਣੇ ਟਾਈਮ ਨੂੰ ਯੂਟਿਲਾਈਜ਼ ਕਰੋਗੇ ਆਪਣੇ ਆਇਲਸ से अपनी लाइफ बनाते तो ਉਹਦਾ ਬੈਨੀਫਿਟ ਤੁਹਾਨੂੰ ਜ਼ਰੂਰ ਮਿਲੇਗਾ। ਬਿਲਕੁਲ ਜੀ ਬਿਲकुल। ਤੁਸੀਂ ਉੱਥੇ ਜਾ ਕੇ ਵੀ ਜੀ ਪੜ੍ਹਾਈ ਕਰਨੀ ਹੈ, UK ਜਾਣਾ ਹੈਗਾ ਤੇ ਇੱਥੇ ਆਇਲਸ 2-3 ਮਹੀਨੇ ਕਰਨੀ ਪਏਗੀ ਤਾਂ ਕੋਈ ਗੱਲ ਨਹੀਂ। ਹੈਲੋ ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ? ਮੈਂ ਹਰਪ੍ਰੀਤ ਗੱਲ ਕਰ ਰਹੀ ਹਾਂ ਪਟਿਆਲੇ ਤੋਂ। ਹਾਂਜੀ ਦੱਸੋ ਹਰਪ੍ਰੀਤ, ਕੀ ਸਵਾਲ ਹੈ? ਮੈਮ ਐਕਚੁਅਲੀ ਮੈਂ ਨਾ UK ਦੀ ਫਾਈਲ ਅਪਲਾਈ ਕਰਦੀ ਹਾਂ, ਬਟ ਪਹਿਲਾਂ ਮੈਂ ਇਹ ਚੀਜ਼ ਕਨਫਰਮ ਕਰਨੀ ਆ ਕਿ ਤੁਹਾਡੇ ਪੇਮੈਂਟ ਦਾ ਸਿਨੈਰੀਓ ਕੀ ਆ, ਕਿ ਵੀਜ਼ੇ ਤੋਂ ਬਾਅਦ ਇਹਨਾਂ ਨੇ ਸਾਰੀ ਪੇਮੈਂਟ। ਓਕੇ ਠੀਕ ਹੈ ਜੀ, ਉਹ ਵੀ ਤੁਸੀਂ ਆਪਣੀ ਕੁਆਲੀਫਿਕੇਸ਼ਨ ਦੱਸ ਦਿਓ ਮੈਮ, ਤੁਹਾਨੂੰ ਮੈਂ ਉਹ ਵੀ ਡਿਟੇਲ ਵਿੱਚ ਇਨਫੋਰਮੇਸ਼ਨ ਦੇ ਦਾਂਗਾ। ਸਰ ਐਕਚੁਅਲੀ ਮੈਂ 2018 ਦੇ ਵਿੱਚ +2 ਕੀਤੀ ਸੀ ਔਰ ਮੈਂ ਆਇਲਸ ਕੀਤੀ ਹੋਈ ਹੈ 6 ਬੈਂਡ ਈਚ। 6 ਬੈਂਡ ਈਚ। ਸਪਾਊਸ ਕੇਸ ਅਪਲਾਈ ਕਰਨਾ ਮੈਮ ਜਾਂ ਸਿੰਗਲ? ਨਹੀਂ ਸਰ ਸਿੰਗਲ ਕੇਸ ਆ, ਪਲੱਸ ਮੈਂ ਪੁੱਛਣਾ ਸੀਗਾ ਕਿ ਸਟੱਡੀ ਜਿਹੜਾ ਵੀਜ਼ਾ ਆਪਾਂ ਅਪਲਾਈ ਕਰਨਾ
ਜੀ ਡੈਫੀਨਿਟਲੀ ਆਈ ਥਿੰਕ ਤੁਸੀਂ ਆਪਣਾ ਨਾਮ ਕੋਮਲ ਦੱਸਿਆ ਹੈ? ਨਹੀਂ ਸਰ, ਮੇਰਾ ਨਾਮ ਹਰਪ੍ਰੀਤ ਆ। ਹਰਪ੍ਰੀਤ ਹੈ, ਓਕੇ। ਸੋ ਅਗਰ ਵਿਦ ਆਇਲਸ ਤੁਸੀਂ ਅਪਲਾਈ ਕਰ ਰਹੇ ਹੋ, ਤੁਹਾਡੀ ਪ੍ਰੋਫਾਈਲ ਬਹੁਤ ਅੱਛੀ ਹੈ, 100% ਤੁਹਾਨੂੰ ਸਿਨੈਰੀਓ ਪੇਮੈਂਟ ਹੈ ਡੈਫੀਨਿਟਲੀ। ਦੇਖੋ ਜਿਹੜਾ ਬੱਚਾ ਥੋੜਾ ਸਮਾਰਟ ਹੈ ਨਾ ਅੱਜ ਦੀ ਡੇਟ 'ਚ ਮੈਮ, ਉਹ ਥੋੜਾ ਜਿਹਾ ਅਵੇਅਰ ਹੈ, ਉਹ 2-3 ਕੰਸਲਟੈਂਟਸ ਉਹ ਵਿਜ਼ਿਟ ਕਰਦਾ ਹੈ, ਟੀਵੀ ਤੇ ਸ਼ੂਟ ਦੇਖਦਾ ਹੈ, ਇੰਸਟਾਗ੍ਰਾਮ ਤੇ ਦੇਖਦਾ ਹੈ, ਹੋਰ ਬੱਚਿਆਂ ਦੀ ਬਾਈਟਸ ਦੇਖਦਾ ਹੈ। ਸੋ ਉਹਨੂੰ ਪਤਾ ਹੈ ਕਿ ਮੈਂ ਅਗਰ ਪੇਮੈਂਟ ਬਾਅਦ ਵਿੱਚ ਕਰਨੀ ਹੈ ਤੇ ਮੇਰਾ ਵੀਜ਼ਾ ਦੇ ਚਾਂਸਸ ਉਨੇ ਹੀ ਜ਼ਿਆਦਾ ਹਾਈ ਰਹਿਣਗੇ, ਕਿਉਂਕਿ ਤੁਹਾਡੇ ਬਿਹਾਫ ਤੇ ਅਗਰ ਕੋਈ ਪੇਮੈਂਟ ਕੋਈ ਥਰਡ ਪਰਸਨ ਲਗਾ ਰਿਹਾ ਤੇ ਡੈਫੀਨਿਟਲੀ ਉਹ ਦੇਖੇਗਾ ਕਿ ਤੁਹਾਡੀ ਪ੍ਰੋਫਾਈਲ ਨੂੰ ਇਸ ਤਰ੍ਹਾਂ ਐਮਬੈਸੀ ਦੇ ਅੱਗੇ ਰਿਪਰੈਜ਼ੈਂਟ ਕਰਾਂ ਕਿ 110% ਵੀ ਵਿਲ ਅਚੀਵ ਦਾ ਵੀਜ਼ਾ। ਸੋ ਕਦੀ ਵੀ ਆਪਣੇ ਪੈਸੇ ਤੇ ਰਿਸਕ ਨਹੀਂ ਲੇਗਾ। ਸੋ ਡੈਫੀਨਿਟਲੀ ਅਸੀਂ ਤੁਸੀਂ ਵਿਦਆਊਟ ਆਇਲਸ ਚਾਹੇ ਵਿਦ ਆਇਲਸ ਅਪਲਾਈ ਕਰਨਾ, ਯੂਕੇ ਅਪਲਾਈ ਕਰਨਾ, ਸਿੰਗਲ ਕੇਸ ਅਪਲਾਈ ਕਰਨਾ, ਸਪਾਊਸ ਅਪਲਾਈ ਕਰਨਾ, ਵਿਦ ਕਿਡਸ ਅਪਲਾਈ ਕਰਨਾ ਹੈ, ਕੋਈ ਪ੍ਰੋਬਲਮ ਨਹੀਂ ਹੈ। ਸਾਈਨ ਓਵਰਸੀਜ਼ ਹਰ ਇੱਕ ਤਰ੍ਹਾਂ ਦੇ ਬੱਚਿਆਂ ਨੂੰ ਪੈਕੇਜ ਡੀਲ ਕਰ ਰਿਹਾ ਔਰ ਤੁਹਾਨੂੰ ਵੀਜ਼ਾ ਲੈ ਕੇ ਦੇ ਰਹੇ ਨੇ। ਵੀਜ਼ਾ ਸਿਰਫ ਕਹਿਣ ਨਾਲ ਨਹੀਂ, ਇਸ ਪ੍ਰੋਗਰਾਮ ਦੇ ਵਿੱਚ ਹੀ ਔਰ ਬਾਕੀ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਹਮੇਸ਼ਾ ਕਹਿੰਦੇ ਹਾਂ ਕਿ ਬਾਈਟਸ ਦੇਖੋ, ਜਿਹੜੇ ਬੱਚਿਆਂ ਦੇ ਰੀਸੈਂਟ ਵੀਜ਼ਾ ਆਏ ਨੇ, ਬਹੁਤ ਸਾਰੇ ਕੰਸਲਟੈਂਟਸ ਉਹੀ 3-4 ਬੱਚੇ ਤੁਹਾਨੂੰ ਬਾਰ-ਬਾਰ ਦਿਖਾਉਂਦੇ ਰਹਿੰਦੇ ਨੇ, ਬਾਰ-ਬਾਰ ਦਿਖਾਉਂਦੇ ਨੇ। ਤੁਸੀਂ ਹਮੇਸ਼ਾ ਦੇਖਣਾ ਸਾਡੀ ਬਾਈਟਸ ਵਿੱਚ ਹਮੇਸ਼ਾ ਤੁਹਾਨੂੰ ਨਿਊ ਬਾਈਟਸ ਮਿਲਦੀਆਂ ਨਵੇਂ ਬੱਚਿਆਂ ਦੇ। ਇੰਸਟਾਗ੍ਰਾਮ ਤੇ ਦੇਖੋ, ਸਾਡੇ ਫੇਸਬੁੱਕ ਤੇ ਦੇਖੋ, YouTube ਤੇ ਦੇਖੋ ਕਿ ਕਿੰਨਾ ਜ਼ਿਆਦਾ ਵੀਜ਼ਾ ਡੇਲੀ ਅਸੀਂ ਦਿਖਾ ਰਹੇ ਹਾਂ। ਸੋ ਇਹੀ ਰੀਜ਼ਨ ਹੈ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਪਹਿਲੀ ਪਸੰਦ ਸਾਈਨ ਓਵਰਸੀਜ਼ ਹੈ ਕਿਹੜੇ ਬੱਚਿਆਂ ਦੀ ਜਿਹੜੇ ਯੂਕੇ ਅਪਲਾਈ ਕਰਨਾ ਚਾਹ ਰਹੇ ਨੇ। ਔਰ ਅਗਰ ਯੂਕੇ ਅਪਲਾਈ ਕਰਨਾ ਵਿਦ ਆਇਲਸ ਵਿਦਆਊਟ ਆਇਲਸ ਓਰੀਜਨਲ ਡਾਕੂਮੈਂਟ ਲੈ ਕੇ ਵਿਜ਼ਿਟ ਕਰੋ। ਬਾਕੀ ਕੰਸਲਟ ਤੁਹਾਨੂੰ ਦੇ ਰਹੇ ਨੇ ਸੈਪਟੈਂਬਰ ਇਨਟੇਕ ਦੀ ਆਫਰ ਲੈਟਰ ਅਸੀਂ ਤੁਹਾਨੂੰ ਦੇ ਰਹੇ ਹਾਂ ਮਈ ਔਰ ਜੂਨ ਇਨਟੇਕ ਦੀ, ਕਿਉਂਕਿ ਉਹਦੇ ਰੀਜ਼ਨ ਹੈ। ਕਿਉਂਕਿ ਅੱਜ ਅਗਰ ਮੈਡਮ ਮੇਰੀ ਥਿੰਕਿੰਗ ਇਹ ਹੁੰਦੀ ਹੈ ਕਿ ਜਿੰਨਾ ਜਲਦੀ ਜਦੋਂ ਐਮਬੈਸੀ ਵੀਜ਼ਾ ਦੇ ਰਹੀ ਹੈ ਨਾ, ਉਦੋਂ ਮੈਂ ਹਮੇਸ਼ਾ ਬੱਚਿਆਂ ਨੂੰ ਕਹਿੰਦਾ ਕਿ ਕਦੀ ਵੀ ਸੋਚਣ ਦੇ ਟਾਈਮ ਵੇਸਟ ਨਾ ਕਰੋ। ਸੋਚੋ ਥਿੰਕ ਉਦੋਂ ਕਰੋ ਜਦੋਂ ਤੁਹਾਨੂੰ ਲੱਗਦਾ ਹੋਵੇ ਯਾਰ ਕਿ ਤੁਹਾਨੂੰ ਪਹਿਲੇ ਪੇਮੈਂਟ ਕਰਨੀ ਪੈ ਰਹੀ ਹੈ। ਯੂਨੀਵਰਸਿਟੀ ਦੀ 12 ਲੱਖ 11 ਲੱਖ ਫੀਸ ਹੈ, ਤੁਹਾਨੂੰ ਤੁਸੀਂ ਪਹਿਲੇ ਪੇ ਕਰ ਰਹੇ ਹੋ। ਐਮਬੈਸੀ ਫੀਸ ਤੁਹਾਡੀ 50,000 ਹੈ, ਤੁਸੀਂ ਪਹਿਲੇ ਪੇ ਕਰ ਰਹੇ ਹੋ। 2 ਲੱਖ ਤੁਹਾਡਾ NHS ਹੈ, ਤੁਸੀਂ ਪਹਿਲੇ ਪੇ ਕਰ ਰਹੇ ਹੋ। ਹੋਰ ਫੁੱਟਕਰ ਖਰਚੇ ਤੁਹਾਡੇ ਕੁਛ ਹੈਗੇ ਨੇ, 50-60 ਹਜ਼ਾਰ ਜਿਹੜਾ ਖਰਚਾ ਤੁਸੀਂ ਪਹਿਲੇ ਪੇ ਕਰ ਰਹੇ ਹੋ, ਲੇਕਿਨ ਇੱਥੇ ਪੇਮੈਂਟ ਤੁਸੀਂ ਕਰਨੀ ਵੀਜ਼ਾ ਲੱਗਣ ਤੋਂ ਬਾਅਦ। ਸੋ ਤੁਹਾਨੂੰ ਥਿੰਕ ਕਰਨ ਦੀ ਜ਼ਰੂਰਤ ਨਹੀਂ ਹੈ, ਤੁਸੀਂ ਸਿਰਫ 2-3 ਕੰਸਲਟੈਂਟ ਤੋਂ ਵਿਜ਼ਿਟ ਕਰੋ ਜਿਹੜੇ ਪੈਕੇਜ ਡੀਲ ਕਰ ਰਹੇ ਨੇ, ਕਿਹੜੀ ਯੂਨੀਵਰਸਿਟੀ, ਕਿੰਨੇ ਟਾਈਮ ਦੀ ਫੀਸ। ਅਸੀਂ ਫੁੱਲ ਈਅਰ ਦੀ ਫੀਸ ਬੱਚਿਆਂ ਦੀ ਪੇ ਕਰ ਰਹੇ ਹਾਂ ਪੈਕੇਜ ਦੇ ਵਿੱਚ। ਸੋ ਡਿਪੈਂਡ ਕਰਦਾ ਯੂਨੀ ਟੂ ਯੂਨੀ। ਸੋ ਇਹੀ ਰੀਜ਼ਨ ਹੈ ਕਿ ਮੈਂ ਕਹਿ ਰਿਹਾ ਕਿ ਜਿੱਥੋਂ ਵੀ ਤੁਸੀਂ ਅਪਲਾਈ ਕਰਨਾ 2-3 ਕੰਸਲਟੈਂਟ ਤੋਂ ਜਾ ਕੇ ਵਿਜ਼ਿਟ ਕਰਕੇ ਐਜ਼ ਸੂਨ ਐਜ਼ ਪੋਸੀਬਲ ਅਪਲਾਈ ਕਰੋ, ਕਿਉਂਕਿ ਅੱਜ ਮਈ ਔਰ ਜੂਨ ਇਨਟੇਕ ਦੇ ਵੀ ਡੈਫੀਨਿਟਲੀ ਤੁਹਾਨੂੰ ਮੈਂ ਵੀਜ਼ਾ ਦਿਖਾਵਾਂਗਾ। ਉਹ ਇਹੀ ਟਾਈਮ ਹੋਏਗਾ, ਇਹੀ ਪਲੇਟਫਾਰਮ ਹੋਏਗਾ ਜਿੱਥੇ ਮੈਂ ਕਹਾਂਗਾ ਕਿ ਸਾਈਨ ਓਵਰਸੀਜ਼ ਨੇ ਮਈ ਔਰ ਜੂਨ ਇਨਟੇਕ ਦੇ ਵੀ 100% ਵੀਜ਼ਾ ਲਏ। ਬਿਲਕੁਲ ਜੀ ਬਿਲਕੁਲ। ਸੋ ਅਸੀਂ ਜ਼ਰੂਰ ਉਹ ਬੱਚਿਆਂ ਦੀ ਗੱਲਬਾਤ ਵੀ ਤੁਹਾਨੂੰ ਸ਼ੋਅ ਦੇ ਲਾਸਟ ਤੱਕ ਤੁਸੀਂ ਬਣੇ ਰਹੀਓ, ਜ਼ਰੂਰ ਤੁਹਾਨੂੰ ਸੁਣਾਵਾਂਗੇ। ਅੱਛਾ ਸਰ, ਜਿੱਦਾਂ ਪੇਮੈਂਟ ਦੀ ਗੱਲ ਕੀਤੀ, ਤੁਸੀਂ ਵੀ ਗੱਲ ਕੀਤੀ ਸੀ, ਬਾਕੀ ਤੁਸੀਂ ਉਹਨਾਂ ਬੱਚਿਆਂ ਨੂੰ ਕੀ ਸੁਜੈਸਟ ਕਰੋ ਕਿ ਜਾਂਦੇ ਨੇ ਕਿਸੇ ਕੰਸਲਟੈਂਟ ਕੋਲ, ਚਲੋ ਫੀਸ ਆਫਟਰ ਵੀਜ਼ਾ ਹੈਗੀ ਹੈ, ਉਸ ਤੋਂ ਬਾਅਦ ਜੀ ਇੰਨੇ ਕੁ ਪੈਸੇ ਦੇ ਦਿਓ, 50,000 ਦੇ ਦਿਓ, ਲੱਖ ਦੇ ਦਿਓ, ਬੱਚਾ ਫਸ ਜਾਂਦਾ, ਫਿਰ ਕਿਤੇ ਹੋਰ ਵੀ ਨਹੀਂ ਜਾ ਸਕਦਾ ਕਿਉਂਕਿ ਲੱਖ 2 ਲੱਖ ਫਸਿਆ ਹੁੰਦਾ। ਫਿਰ ਬਾਰ-ਬਾਰ ਇਹਦਾ 2 ਲੱਖ ਖਰਚ ਕਰਾ ਦਿਓ, ਇਹਦਾ ਲੱਖ ਰੁਪਏ ਦੇ ਦਿਓ, ਇੱਥੋਂ 50,000 ਦੇ ਦਿਓ, ਇਹ ਫਾਈਲ ਲਗਾਣੀ ਹੈ ਜੀ, ਉਹ ਫਾਈਲ ਲਗਾਣੀ ਹੈ। ਸੋ ਉਹਨਾਂ ਬੱਚਿਆਂ ਨੂੰ ਕੀ ਕਹੋਗੇ? ਹਾਂ ਬਿਲਕੁਲ ਮੈਮ, ਦੇਖੋ ਮੈਂ ਤੁਹਾਡਾ ਇਸ਼ਾਰਾ ਸਮਝ ਸਕਦਾ, ਕਈ ਕੰਸਲਟੈਂਟ ਡੈਫੀਨਿਟਲੀ ਇਸ ਤਰ੍ਹਾਂ ਕਰਦੇ ਨੇ। ਸੋ ਮੈਂ ਇਹੀ ਕਹਿਣਾ ਹੁੰਦਾ ਕਿ ਇਹੀ ਰੀਜ਼ਨ ਹੈ ਮੈਮ ਕਿ ਹਰ ਵਾਰੀ ਬੱਚਿਆਂ ਨੂੰ ਕਹਿਣਾ ਕਿ ਜਿਸ ਕੰਟਰੀ, ਜਿਸ ਵੀ ਕੰਸਲਟੈਂਟ ਤੁਸੀਂ ਅਪਲਾਈ ਕਰਨਾ, ਪਹਿਲੇ ਜਾ ਕੇ ਉਹਨਾਂ ਦਾ ਪੇਜ ਲਾਈਕ ਕਰੋ, ਉਹਨੂੰ ਫੋਲੋ ਕਰੋ, ਦੇਖੋ ਕਿ ਉਹਦੇ ਬੱਚਿਆਂ ਦੇ ਕਮੈਂਟਸ ਕਿਸ ਤਰ੍ਹਾਂ ਦੇ ਆ, ਉਹਨੂੰ ਰੀਡ ਕਰੋ ਨੀਚੇ। ਕਿ ਸਿਰਫ ਇਹ ਨਹੀਂ ਤੁਸੀਂ ਇੰਸਟਾਗ੍ਰਾਮ ਤੇ ਗਏ ਉਹਨਾਂ ਦੀ ਬਾਈਟਸ ਦੇਖਿਆ, ਨੀਚੇ ਲੋਕਾਂ ਦੇ ਕਮੈਂਟਸ ਦੇਖੋ, YouTube ਤੇ ਨੀਚੇ ਬੱਚਿਆਂ ਦੇ ਕਮੈਂਟਸ ਦੇਖੋ ਕੀ ਹੈ ਕਿ ਉਹਨਾਂ ਨੇ ਕੀ ਕਿਹਾ ਕਿ ਜੀ ਸਾਡਾ ਵੀਜ਼ਾ ਲਗਵਾ ਕੇ ਦਿੱਤਾ, ਲੇਕਿਨ ਜੋ ਇਹਨਾਂ ਨੇ ਕਮਿਟਮੈਂਟ ਕੀਤੀਆਂ ਉਹ ਪੂਰੀਆਂ ਕੀਤੀਆਂ ਕਿ ਨਹੀਂ ਕੀਤੀਆਂ। ਸੋ ਉੱਥੋਂ ਤੁਹਾਨੂੰ ਪਿਕਚਰ ਕਲੀਅਰ ਹੋ ਜਾਏਗੀ। ਸਿਰਫ ਬਾਈਟਸ ਦੇਖਣ ਦੇ ਨਾਲ ਨਹੀਂ, ਬਾਈਟਸ ਤੇ ਠੀਕ ਹੈ ਕਿ ਬੱਚੇ ਦਾ ਵੀਜ਼ਾ ਆਇਆ, ਉਹਨੇ ਐਕਸਾਈਟਮੈਂਟ ਵਿੱਚ ਕਿਹਾ ਕਿ ਮੇਰਾ ਵੀਜ਼ਾ ਅਪਰੂਵ ਹੋ ਗਿਆ। ਸੋ ਨੀਚੇ ਕਿਤੇ ਨਾ ਕਿਤੇ ਜਿਹੜੇ ਬਾਕੀ ਬੱਚੇ ਖਰਾਬ ਹੋਏ ਹੁੰਦੇ ਨੇ, ਹਰਾਸ ਹੋਏ ਹੁੰਦੇ ਨੇ, ਉਹ ਆਪਣੇ ਕਮੈਂਟਸ ਦਿੰਦੇ ਆ ਕਿ ਨਹੀਂ ਜੀ ਇਹ ਕੰਪਨੀ ਨੇ ਇਸ ਤਰ੍ਹਾਂ ਨਹੀਂ, ਅਸੀਂ ਵੀ ਅਪਲਾਈ ਕੀਤਾ ਸੀ, ਸਾਡੇ ਕੋਲ ਇੰਨੀ ਪੇਮੈਂਟ ਪਹਿਲੇ ਲਈ, ਇੰਨੀ ਫਿਰ ਇਹਨਾਂ ਨੇ ਬਾਅਦ ਵਿੱਚ ਮੰਗੀ। ਸੋ ਸਾਈਨ ਓਵਰਸੀਜ਼ ਤਾਂ ਹੀ ਤੁਹਾਨੂੰ ਇਨਫੋਰਮੇਸ਼ਨ ਦੇ ਰਿਹਾ ਕਿ ਅਸੀਂ ਜੋ ਕਹਿੰਦੇ ਆ ਉਹ ਕਰਦੇ ਆ। ਸੋ ਅਗਰ ਤੁਹਾਨੂੰ ਕਿਹਾ ਜਾਂਦਾ ਕਿ ਪੇਮੈਂਟ ਵੀਜ਼ਾ ਲੱਗਣ ਤੋਂ ਬਾਅਦ, ਡੈਫੀਨਿਟਲੀ ਪੇਮੈਂਟ ਵੀਜ਼ਾ ਲੱਗਣ ਤੋਂ ਬਾਅਦ ਹੀ ਹੈ। ਸੋ ਤੁਹਾਡੀ ਐਮਬੈਸੀ ਫੀਸ, NHS, ਕਾਲਜ ਦੀ ਫੀਸ ਅਗਰ ਕੋਈ ਆਪਣੇ ਬਿਹਾਫ ਤੇ ਖੁਦ ਪੇ ਕਰ ਰਿਹਾ ਤੇ ਡੈਫੀਨਿਟਲੀ ਉਹਨੂੰ ਪਤਾ ਹੋਏਗਾ ਕਿ ਮੈਂ ਇਸ ਬੱਚੇ ਦਾ ਵੀਜ਼ਾ ਅਪਰੂਵ ਕਰਵਾ ਕੇ ਦੇਣਾ। ਅਗਰ ਤੁਹਾਡੀ ਐਲੀਜੀਬਿਲਟੀ, ਬਹੁਤ ਸਾਰੇ ਮੈਡਮ ਮੇਰੇ ਕੋਲ ਬੱਚੇ ਇਸ ਤਰ੍ਹਾਂ ਦੇ ਵਿਜ਼ਿਟ ਕਰਦੇ ਆ ਜਿਹਨਾਂ ਦੇ ਪਰਸੈਂਟੇਜ 55-50% ਮਾਰਕਸ ਹੁੰਦੇ ਆ, ਉਹ ਕਹਿਣਗੇ ਨਹੀਂ ਸਰ ਸਾਡੀ ਫਾਈਲ ਲੈ ਲਓ, ਤੁਸੀਂ ਲੈ ਕੇ ਐਫਰਟ ਕਰ ਲਓ, ਲੇਕਿਨ ਅਸੀਂ ਸਟੇਟ ਫਾਰਵਰਡ ਮਨਾ ਕਰ ਦਿੰਦੇ ਹਾਂ ਕਿ ਨਹੀਂ ਵਿਦਆਊਟ ਆਇਲਸ ਤੁਹਾਡਾ ਨਹੀਂ ਹੋ ਸਕਦਾ, ਤੁਸੀਂ ਆਇਲਸ ਕਰੋ। ਦੇਖੋ ਲੈ ਕੇ ਕਈ ਵਾਰੀ ਬਹੁਤ ਕਨਵਿੰਸ ਕਰਦੇ ਆ, ਉਹ ਕਹਿਣਗੇ ਸਟਾਫ ਨੂੰ, ਸਟਾਫ ਕਾਉਂਸਲਰਸ ਆਉਂਦੇ ਅੰਦਰ ਕਿ ਸਰ ਮੇਰੇ ਕੈਬਨਿਟ 'ਚ ਆ ਕੇ ਕਹਿਣਗੇ ਸਰ, ਉਹ ਕਹਿ ਰਹੇ ਕਿ ਨਹੀਂ ਸਰ ਨੂੰ ਕਹੋ ਕਿ ਪਲੀਜ਼ ਸਾਡੀ ਫਾਈਲ ਲੈ ਲਓ, ਐਫਰਟ ਕਰ ਲਓ, ਸਾਨੂੰ ਕੋਈ ਦਿੱਕਤ ਨਹੀਂ ਹੈ। ਅਗਰ ਸਾਡੇ ਕੋਲ ਪ੍ਰੋਸੈਸਿੰਗ ਫੀਸ ਲੈਣੀ ਹੈ, ਪ੍ਰੋਸੈਸਿੰਗ ਫੀਸ ਲੈ ਕੇ ਵੀ ਐਫਰਟ ਕਰ ਲਓ। ਲੇਕਿਨ ਸਾਡਾ ਇਹ ਸਿਨੈਰੀਓ ਕਦੀ ਨਹੀਂ ਹੁੰਦਾ ਕਿ ਬੱਚੇ ਕੋਲ 15-20 ਹਜ਼ਾਰ ਰੁਪਏ ਚਾਰਜ ਕਰਕੇ 20, 50, 30 ਡੇਜ਼ ਬਾਅਦ ਬੱਚੇ ਨੂੰ ਕਹਿ ਦਈਏ ਕਿ ਅਸੀਂ ਐਫਰਟ ਕੀਤੇ, ਤੁਹਾਡੀ ਆਫਰ ਨਹੀਂ ਆਈ। ਸਾਡਾ ਗੋਲ ਹੁੰਦਾ ਕਿ ਬੱਚੇ ਨੂੰ ਵੀਜ਼ਾ ਅਪਰੂਵ ਕਰਵਾ ਕੇ ਦੇਣਾ। ਸਾਡੀ ਸੈਟੀਸਫੈਕਸ਼ਨ, ਸਾਨੂੰ ਖੁਸ਼ੀ ਉਦੋਂ ਹੈ ਜਦੋਂ ਬੱਚੇ ਦਾ ਵੀਜ਼ਾ ਅਪਰੂਵ ਹੁੰਦਾ ਹੈ। ਸੋ ਸਰ ਕਾਲ ਲੈ ਲੈਣੇ ਆ ਪਹਿਲਾਂ।
ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ? ਹਾਂਜੀ ਮੈਡਮ ਕਿਰਨ ਗੱਲ ਕਰ ਰਹੀ ਹਾਂ ਇੱਧਰ ਬਟਾਲੇ ਤੋਂ ਮੈਮ। ਹਾਂਜੀ ਦੱਸੋ ਕਿਰਨ, ਕੀ ਸਵਾਲ ਹੈ? ਮੈਮ ਮੈਂ ਸਿੰਗਾਪੁਰ ਰਿਟਰਨ ਨਾ। ਓਕੇ ਠੀਕ ਹੈ, ਕੁਆਲੀਫਿਕੇਸ਼ਨ ਮੇਰੀ 12ਵੀਂ ਹੈਗੀ ਹੈ। ਠੀਕ ਹੈ 2017 72%। ਠੀਕ ਹੈ ਤੇ ਮੈਂ ਚਲੇ ਗਈ ਸੀ ਮੈਮ ਸਿੰਗਾਪੁਰ, ਵਾਪਸ ਆਈ ਹਾਂ 2019 ਦੇ ਵਿੱਚ। ਜੀ ਤੇ ਮੈਮ ਮੇਰੇ ਬੈਂਕ ਕੋਲ ਹੈਗੇ ਨੇ ਓਵਰਆਲ 6 ਨੋਟਿਸ 5.5 ਕੀ ਮੈਂ ਯੂਕੇ ਦੀ ਆਪਣੀ ਫਾਈਲ ਲਗਾ ਸਕਦੀ ਹਾਂ? ਜੀ ਜੀ ਦੇਖੋ ਇਸ ਤਰ੍ਹਾਂ ਦੇ ਬੱਚੇ ਬਹੁਤ ਸਟੂਡੈਂਟਸ ਨੇ ਜਿਹੜੇ ਕਿ ਸਿੰਗਾਪੁਰ, ਸਾਈਪਰਸ ਜਾਂ ਹੋਰ ਕੰਟਰੀ ਤੋਂ ਜਾ ਕੇ ਉੱਥੋਂ 1-2 ਸਾਲ ਬਾਅਦ ਸਟੱਡੀ ਕੰਪਲੀਟ ਕਰਕੇ ਆਏ। ਅਗਰ ਉਹ ਬੱਚਿਆਂ ਕੋਲ ਆਇਲਸ ਹੈ, ਗੈਪ ਬਹੁਤ ਜ਼ਿਆਦਾ ਨਹੀਂ ਹੈ, ਤਾਂ ਡੈਫੀਨੇਟਲੀ ਤੁਸੀਂ ਅਪਲਾਈ ਕਰ ਸਕਦੇ ਹੋ। ਸੋ ਆਪਣਾ ਡਿਪਲੋਮਾ ਜਿਹੜਾ ਵੀ ਤੁਸੀਂ ਕਰਕੇ ਆਏ ਹੋ ਉਹ ਲੈ ਕੇ ਸਾਈ ਓਵਰਸੀਜ਼ ਵਿਜ਼ਿਟ ਕਰੋ। ਜਿਸ ਕੰਟਰੀ ਵਾਸਤੇ ਵੀ ਤੁਹਾਡੀ ਐਲੀਜੀਬਿਲਟੀ ਹੋਏਗੀ ਡੈਫੀਨੇਟਲੀ ਅਸੀਂ ਤੁਹਾਨੂੰ ਅਪਲਾਈ ਕਰਵਾ ਕੇ ਦਾਂਗੇ ਔਰ ਵੀਜ਼ਾ ਲੈ ਕੇ ਦਾਂਗੇ। ਬਹੁਤ ਸਾਰੇ ਬੱਚਿਆਂ ਦੇ ਮੈਮ ਅਸੀਂ ਜਿਹੜੇ ਬੱਚੇ ਸਿੰਗਾਪੁਰ ਗਏ, ਸਾਈਪਰਸ ਗਏ, ਸਾਡੇ ਥਰੂ ਹੀ ਗਏ ਸੀ, ਲੇਕਿਨ ਜਦੋਂ ਉਹਨਾਂ ਨੇ ਦੇਖਿਆ ਉੱਥੇ ਜਾ ਕੇ ਕਿ ਬਹੁਤ ਸਾਰੇ ਸਾਡੇ ਪੇਜ ਫੋਲੋ ਕਰ ਰਹੇ ਨੇ ਕਿ ਇੰਸਟਾਗ੍ਰਾਮ ਤੇ ਵੀਜ਼ਾ ਲੱਗ ਰਹੇ ਨੇ, ਬਹੁਤ ਸਾਰੇ ਬੱਚਿਆਂ ਨੇ ਇੰਡੀਵਿਜੂਅਲ ਮੈਨੂੰ ਵੀ ਉੱਥੇ ਕਾਲ ਕੀਤੀ ਹੈ। ਸੋ ਬਹੁਤ ਸਾਰੇ ਅਸੀਂ ਬੱਚਿਆਂ ਦੇ ਸਾਈਪਰਸ, ਸਿੰਗਾਪੁਰ ਜਿਹੜੇ ਗਏ ਹੋਏ ਬੱਚਿਆਂ ਦੇ ਯੂਕੇ ਦੇ ਵੀਜ਼ਾ ਅਪਰੂਵ ਕਰਵਾ ਕੇ ਦਿੱਤੇ ਨੇ। ਅਗਰ ਤੁਸੀਂ ਕਿਸੇ ਵੀ ਕੰਸਲਟੈਂਟ ਦੇ ਥਰੂ ਗਏ ਸੀ ਜਾਂ ਤੁਸੀਂ ਪੇਰੈਂਟਸ ਦੇਖ ਰਹੇ ਨੇ ਪ੍ਰੋਗਰਾਮ, ਤੁਹਾਡਾ ਬੱਚਾ ਆਲਰੇਡੀ ਸਾਈਪਰਸ ਜਾਂ ਸਿੰਗਾਪੁਰ ਹੈ ਕਾਫੀ ਸਾਲਾਂ ਤੋਂ, ਕਾਫੀ ਈਅਰਸ ਤੋਂ, ਅਗਰ ਤੁਹਾਡਾ ਬੱਚਾ ਐਨ ਐਲੀਜੀਬਲ ਹੈ, ਤੁਹਾਨੂੰ ਲੱਗਦਾ ਕਿ ਉਹ ਆਇਲਸ ਕਰ ਸਕਦਾ, ਤੇ ਡੈਫੀਨੇਟਲੀ ਉਹ ਆਪਣੇ ਆਇਲਸ 6 ਬੈਂਡ ਨੌਲੇਜ 5.5 ਬੈਂਡ ਅਚੀਵ ਕਰਕੇ ਆਪਣੇ ਡਾਕੂਮੈਂਟ ਸੈਂਡ ਕਰੇ ਸਾਨੂੰ, ਅਸੀਂ ਉਹਨੂੰ ਆਫਰ ਔਰ ਕੈਸ਼ ਮੰਗਵਾ ਕੇ ਦਾਂਗੇ ਔਰ ਨਾਲ ਦੇ ਨਾਲ ਵੀਜ਼ਾ ਵੀ 100% ਲੈ ਕੇ ਦੇਵਾਂਗੇ। ਬਿਲਕੁਲ ਜੀ ਬਿਲਕੁਲ। ਅੱਛਾ ਸਰ, ਜਿਵੇਂ ਕਿ ਆਪਾਂ ਨੂੰ ਕਾਲਸ ਆਈਆਂ ਸੀਗੀਆਂ 2016 13 ਆਇਲਸ ਕਰਨ ਨੂੰ ਰੈਡੀ ਸੀ ਨਹੀਂ ਸੀਗੇ, ਇਦਾਂ ਦੇ ਬੱਚੇ ਸਿੰਗਾਪੁਰ ਜਾ ਸਕਦੇ ਨੇ ਵਿਦਆਊਟ? ਡੈਫੀਨੇਟਲੀ ਮੈਮ, ਵਿਦਆਊਟ ਆਇਲਸ ਅਗਰ ਬੱਚੇ ਦਾ 10 ਤੋਂ 12 ਸਾਲ ਦਾ ਗੈਪ ਹੈ, 10th ਕੁਆਲੀਫਿਕੇਸ਼ਨ ਹੈ, +2 ਕੁਆਲੀਫਿਕੇਸ਼ਨ ਹੈ, ਪਰਸੈਂਟੇਜ ਕੋਈ ਪ੍ਰੋਬਲਮ ਨਹੀਂ ਹੈ, ਚਾਹੇ ਤੁਹਾਡੇ 40-45% ਮਾਰਕਸ ਹੈ, ਸੋ ਬੱਚਿਆਂ ਵਾਸਤੇ ਬਹੁਤ ਅੱਛੀ ਆਪਸ਼ਨ ਹੈ। ਸੋ ਇਹ ਨਾ ਸੋਚੋ ਕਿ ਅਸੀਂ ਡਾਇਰੈਕਟ ਯੂਕੇ, ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ ਨਹੀਂ ਜਾ ਸਕਦੇ ਤਾਂ ਸਿੰਗਾਪੁਰ, ਸਾਈਪਰਸ ਜਾ ਕੇ ਸਾਨੂੰ ਬੈਨੀਫਿਟ ਨਹੀਂ ਹੈ। ਸੋ ਸਿੰਗਾਪੁਰ ਬਹੁਤ ਅੱਛੀ ਕੰਟਰੀ ਹੈ। ਬਲੀਵ ਮੀ ਕਿ ਅਗਰ ਸਿੰਗਾਪੁਰ ਜਾ ਕੇ ਤੁਸੀਂ ਇੱਕ ਵਾਰੀ ਵੈਸੇ ਹੀ ਵਿਜ਼ਟਰ ਟੂਰਿਸਟ ਵੀਜ਼ਾ 'ਤੇ ਜਾ ਕੇ ਬੱਚੇ ਵਿਜ਼ਿਟ ਕਰਕੇ ਦੇਖਣ ਕਿ ਕਿੰਨੀ ਅੱਛੀ ਕੰਟਰੀ ਹੈ। ਸੋ ਉੱਥੇ ਜਾ ਕੇ ਅਗਰ ਤੁਸੀਂ 1 ਸਾਲ ਦਾ ਆਪਣਾ ਡਿਪਲੋਮਾ ਕੰਪਲੀਟ ਕਰਦੇ ਹੋ, ਜਿਹੜੀ ਕਿ 6 ਮੰਥ ਸਟੱਡੀ ਹੈ, ਆਫਟਰ ਦੈਨ 6 ਮੰਥ ਦੀ ਤੁਹਾਨੂੰ ਔਨ ਜੌਬ ਟ੍ਰੇਨਿੰਗ ਹੈ, 6 ਮਹੀਨੇ ਸਟੱਡੀ ਤੋਂ ਬਾਅਦ ਤੁਹਾਨੂੰ 6 ਮਹੀਨੇ ਦਾ ਵਰਕ ਪਰਮਿਟ ਮਿਲ ਰਿਹਾ ਹੈ। ਸੋ ਉਹਦੇ 'ਚ ਨੀਅਰ ਅਬਾਊਟ ਤੁਸੀਂ 1200 ਸਿੰਗਾਪੁਰ ਡਾਲਰ ਪਰ ਮੰਥ ਅਰਨ ਕਰੋਗੇ, ਜਿਹਦੇ 'ਚ ਕਿ 70 ਤੋਂ 75 ਹਜ਼ਾਰ ਰੁਪਏ ਤੁਹਾਨੂੰ ਹਰ ਮੰਥ ਉੱਤੇ ਇਨਕਮ ਹੋਏਗੀ, ਕਮਾਈ ਹੋਏਗੀ। ਸੋ ਰਹਿਣਾ, ਖਾਣਾ ਪੀਣਾ ਸਾਰਾ ਕੁਝ ਹੋਟਲ ਵਾਲਿਆਂ ਦਾ, ਸੋ ਤੁਹਾਡੀ ਕੋਈ ਟੈਨਸ਼ਨ ਨਹੀਂ ਹੈ। 6 ਮਹੀਨੇ ਤੁਸੀਂ ਉੱਤੇ ਜੋ ਵੀ ਉੱਥੇ ਸੇਵ ਕਮਾਣਾ ਹੈ ਉਹ ਤੁਹਾਡੀ ਸੇਵਿੰਗ ਹੀ ਹੋਏਗੀ। ਸੋ ਉਸ ਤੋਂ ਬਾਅਦ ਨਾਲ ਦੇ ਨਾਲ ਤੁਸੀਂ ਆਪਣੇ ਆਇਲਸ ਦੀ ਕਲਾਸਿਸ ਲਗਾਓ, ਆਇਲਸ ਦੀ ਕਲਾਸਿਸ ਲਗਾ ਕੇ 6 ਬੈਂਡ ਲਓ, ਉੱਥੋਂ ਹੀ ਤੁਸੀਂ ਮੂਵ ਹੋਗੇ। ਡੈਫੀਨੇਟਲੀ ਤੁਹਾਨੂੰ ਮੈਂ ਉਸ ਕਾਲਜ ਦੇ ਵਿੱਚ ਅਪਲਾਈ ਕਰਾ ਕੇ ਦਾਂਗਾ। ਤੁਸੀਂ ਖੁਦ ਕਾਲਜ ਦੇ ਥਰੂ ਮੇਲ ਕਰਕੇ ਪਹਿਲੇ ਹੀ ਇੰਡੀਆ ਤੋਂ ਹੀ ਕਨਫਰਮ ਕਰ ਸਕਦੇ ਹੋ ਕਿ ਤੁਸੀਂ ਉੱਥੋਂ ਕਿਹੜੀ ਕੰਟਰੀਜ਼ ਦੇ ਨਾਲ ਉਹਨਾਂ ਦੇ ਟਾਈ ਅਪ ਹੈ, ਉੱਥੋਂ ਦੀ ਰਿਕੁਆਇਰਮੈਂਟ ਕੀ ਹੈ। ਅਗਰ ਤੁਸੀਂ ਸਾਡੀ ਸਾਈਡ ਤੋਂ ਹੋਗੇ, ਅਸੀਂ ਤੁਹਾਨੂੰ ਪ੍ਰੋਪਰ ਇਨਫੋਰਮੇਸ਼ਨ ਦਾਂਗੇ ਕਿ ਇਸ ਕਾਲਜ ਦੇ ਨਾਲ ਸਾਡੇ ਟਾਈ ਅਪ ਨੇ, ਇਸ ਕਾਲਜ ਦੇ ਅੱਗੋਂ ਟਾਈ ਅਪ ਇਸ ਯੂਨੀਵਰਸਿਟੀ ਦੇ ਨਾਲ ਹੈ, ਇਸ ਕੰਟਰੀ ਦੇ ਨਾਲ ਹੈ, ਔਰ ਇੱਥੇ 1 ਸਾਲ ਸਟੱਡੀ ਕੰਪਲੀਟ ਕਰਨ ਤੋਂ ਬਾਅਦ ਤੁਸੀਂ ਕਿਹੜੀ ਕੰਟਰੀ ਮੂਵ ਹੋ ਸਕਦੇ ਹੋ। ਓਕੇ ਜੀ। ਸੋ ਸਰ ਨੈਕਸਟ ਕਾਲਰ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ? ਸਤਿ ਸ਼੍ਰੀ ਅਕਾਲ, ਮੈਂ ਸਤਿੰਦਰ ਸਿੰਘ ਗੱਲ ਕਰ ਰਿਹਾ। ਦੱਸੋ ਸਤਿੰਦਰ, ਕਿੱਥੋਂ ਗੱਲ ਕਰ ਰਹੇ ਹੋ, ਕੀ ਸਵਾਲ ਹੈ? ਮੈਂ ਪਠਾਨਕੋਟ ਤੋਂ ਗੱਲ ਕਰ ਰਿਹਾ। ਮੈਂ ਸਪਾਊਸ ਵੀਜ਼ੇ ਬਾਰੇ ਗੱਲ ਕਰਨੀ ਸੀ, ਯੂਕੇ ਬਾਰੇ। ਓਕੇ ਜੀ, ਕਰੋ ਗੱਲ, ਕੀ ਪੁੱਛਣਾ ਚਾਹੁੰਦੇ ਹੋ? ਮੈਂ ਐਕਚੁਅਲੀ ਮੇਰੀ ਵਾਈਫ ਨੇ ਨਾ BA ਕੀਤੀ ਹੋਈ ਹੈ ਕੰਪਲੀਟ 2019 ਦੇ ਵਿੱਚ ਵਿਦ 88%। ਠੀਕ ਹੈ। ਗੁੱਡ। ਐਂਡ ਨਾਓ ਸ਼ੀ ਇਜ਼ ਅ ਗਵਰਨਮੈਂਟ EMPLOYE। Okay. ਯੂਕੇ ਜਾਂਦਾ ਸੋਚ ਰਿਹਾ ਸਪਾਊਸ ਨੇ, ਤੇ ਮੈਂ ਇਹ ਪੁੱਛਣਾ ਸੀਗਾ ਕਿ ਸਪਾਊਸ ਇਕੱਠੇ ਜਾ ਸਕਦੇ ਆ ਜਾਂ ਫਿਰ ਮੈਂ ਬਾਅਦ ਚ ਜਾਊਂਗਾ? ਡੈਫੀਨੇਟਲੀ ਦੇਖੋ ਕੋਈ ਪ੍ਰੋਬਲਮ ਨਹੀਂ ਹੈ। ਸੋ ਇਹੀ ਕਿਤੇ ਨਾ ਕਿਤੇ ਕਨਫਿਊਜ਼ਨ ਹੁੰਦੀ ਹੈ ਕਿ ਮੇਰੀ ਵਾਈਫ ਦੀ ਸਟੱਡੀ ਇਹ ਹੈ, ਗਵਰਨਮੈਂਟ EMPLOYE ਹੈ ਜਾਂ ਪ੍ਰਾਈਵੇਟ ਜੌਬ ਕਰ ਰਹੀ ਹੈ, ਕੁਆਲੀਫਿਕੇਸ਼ਨ ਬਹੁਤ ਜ਼ਿਆਦਾ ਹੈ, ਮੇਰੀ ਕੁਆਲੀਫਿਕੇਸ਼ਨ ਘੱਟ ਹੈ ਜਾਂ ਮੇਰੀ ਵੀ +2 ਹੈ ਜਾਂ ਗ੍ਰੈਜੂਏਸ਼ਨ ਹੈ, ਕੀ ਮੈਂ ਸਪਾਊਸ ਨਾਲ ਅਪਲਾਈ ਕਰਾਂਗਾ ਤਾਂ ਇਕੱਠੇ ਅਸੀਂ ਫਲਾਈ ਕਰਾਂਗੇ। ਸੋ ਡੈਫੀਨੇਟਲੀ ਇੱਕ ਹੀ ਕੰਟਰੀ ਅੱਜ ਦੀ ਡੇਟ 'ਚ ਮੈਂ ਕਹਾਂ ਯੂਕੇ ਜਿਹੜਾ ਕਿ 100% ਵੀਜ਼ਾ ਦੇ ਰਹੀ ਹੈ। ਸੋ ਇਸ ਇੰਨਾ ਅੱਛਾ ਸਕਸੈਸ ਰੇਟ ਅੱਜ ਦੀ ਡੇਟ 'ਚ ਕਿਸੇ ਕੰਟਰੀ ਦਾ ਨਹੀਂ ਹੈ। ਸੋ ਸਪਾਊਸ ਕੇਸ ਦਾ ਮੈਂ ਹਮੇਸ਼ਾ ਹੀ ਕਹਿ ਰਿਹਾ, ਬਾਰ-ਬਾਰ ਕਹਿ ਰਿਹਾ ਕਿ ਸਿੰਗਲ ਅਪਲਾਈ ਕਰਨਾ, ਸਪਾਊਸ ਅਪਲਾਈ ਕਰਨਾ, ਵਿਦ ਚਾਈਲਡ ਅਪਲਾਈ ਕਰਨਾ, ਤਾਂ ਇੱਕ ਵਾਰੀ ਸਾਈ ਓਵਰਸੀਜ਼ ਵਿਜ਼ਿਟ ਕਰੋ। ਡੈਫੀਨੇਟਲੀ ਸਪਾਊਸ ਕੇਸ ਨੂੰ ਅਸੀਂ ਤੁਹਾਨੂੰ ਕਮਿਟਮੈਂਟ ਦੇਵਾਂਗੇ ਕਿ ਦੋਨਾਂ ਦਾ ਵੀਜ਼ਾ ਲੱਗੇਗਾ ਤਾਂ ਹੀ ਅਸੀਂ ਤੁਹਾਡੇ ਕੋਲ ਪੇਮੈਂਟ ਲਾਂਗੇ, ਅਦਰਵਾਈਜ਼ ਸਾਡੇ ਕੋਲ ਕੋਈ ਚਾਰਜ ਨਹੀਂ ਕਰਾਂਗੇ। ਸੋ ਇਸ ਤੋਂ ਵੱਡਾ ਮੈਨੂੰ ਲੱਗਦਾ ਕਿ ਕੋਈ ਵੀ ਗਰੰਟੀ ਵਰਡ ਨਹੀਂ ਯੂਜ਼ ਹੋ ਸਕਦਾ ਹੈ। ਸੋ ਅਗਰ ਤੁਸੀਂ ਵੀ ਡਾਊਟਫੁਲ ਹੋ, ਇੱਕ ਵਾਰੀ ਓਰੀਜਨਲ ਡਾਕੂਮੈਂਟ ਲੈ ਕੇ, ਆਪਣੇ ਮੈਰਿਜ ਸਰਟੀਫਿਕੇਟ, ਆਪਣੇ ਫੰਡਸ ਤੁਹਾਡੇ ਕੋਲ ਰੈਡੀ ਹੈ ਤਾਂ ਫੰਡਸ ਲੈ ਕੇ ਆਓ। ਅਗਰ ਫੰਡਸ ਰੈਡੀ ਹੋਣਗੇ ਤਾਂ ਤੁਹਾਨੂੰ ਮਈ ਜੂਨ ਇਨਟੇਕ ਦੇ ਵਿੱਚ ਹੀ ਵੀਜ਼ਾ ਅਪਰੂਵ ਕਰਵਾ ਕੇ ਮੈਂ ਦਾਂਗਾ। ਸੋ ਦੇਰ ਨਾ ਕਰਨਾ, ਟਾਈਮ ਵੇਸਟ ਨਾ ਕਰਨਾ, ਇਹ ਨਾ ਸੋਚਣਾ ਕਿ ਮੈਂ ਮੰਥ ਬਾਅਦ 15 ਡੇਜ਼ ਬਾਅਦ ਜਾਵਾਂਗਾ, ਕਿਉਂਕਿ ਜਿੰਨੀ ਜਲਦੀ ਤੁਸੀਂ ਆਓਗੇ ਸੀਟਸ ਬਹੁਤ ਜਲਦੀ ਫੁੱਲਫਿਲ ਹੋ ਰਹੀਆਂ ਨੇ। ਫਿਰ ਤੁਹਾਡੇ ਕੋਲ ਸੈਪਟੈਂਬਰ ਇਨਟੇਕ ਹੋਏਗਾ। ਮੈਂ ਨਹੀਂ ਕਹਿ ਰਿਹਾ ਸੈਪਟੈਂਬਰ ਇਨਟੇਕ ਦੇ ਵਿੱਚ ਵੀਜ਼ਾ ਨਹੀਂ ਆਏਗਾ, ਲੇਕਿਨ ਮੇਰੇ ਜੋ ਇੱਕ ਸੈਂਸ ਕਹਿ ਰਹੀ ਹੈ, ਸਿਕਸ ਸੈਂਸ ਕਿ
ਹੁਣ ਅਗਰ ਜੈਨ ਇਨਟੇਕ ਦੇ ਵੀਜ਼ਾ ਬਹੁਤ ਅੱਛੇ ਆਏ ਆ, ਹਮੇਸ਼ਾ ਯੂਕੇ ਦਾ ਅਗਰ ਅਸੀਂ ਸਿਨੈਰੀਓ ਦੇਖਦੇ ਹਾਂ 2-3 ਇਨਟੇਕ ਇਹਨਾਂ ਦੇ ਬਹੁਤ ਅੱਛੇ ਨਿਕਲਦੇ ਆ। ਤੁਹਾਨੂੰ ਵੀ ਮੈਮ ਪਤਾ ਤੁਸੀਂ ਬਹੁਤ ਈਅਰਸ ਹੋਏ ਇਸ ਇੰਡਸਟਰੀ ਦੇ ਵਿੱਚੋਂ, ਤਾਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਸਟਿਕਨੈਸ ਸਟਾਰਟ ਹੁੰਦੀ ਹੈ। ਸੋ ਪਹਿਲਾ ਇਨਟੇਕ ਜਿਹੜਾ ਜੈਨ ਇਨਟੇਕ 100% ਨਿਕਲਿਆ, ਮਈ ਔਰ ਜੂਨ ਇਨਟੇਕ ਵੀ ਡੈਫੀਨਿਟਲੀ ਬਹੁਤ ਅੱਛਾ ਨਿਕਲੇਗਾ। ਸੈਪਟੈਂਬਰ ਦੇ ਵਿੱਚ ਕੁਝ ਹੋ ਸਕਦਾ ਹੈ ਇੰਟਰਵਿਊਜ਼ ਆਉਣ ਦੇ ਚਾਂਸਿਸ ਰਹਿਣ ਬੱਚਿਆਂ ਦੇ। ਸੋ ਹੁਣ ਤੁਹਾਡੇ ਕੋਲ ਰਾਈਟ ਟਾਈਮ ਹੈ ਯੂਕੇ ਅਪਲਾਈ ਕਰਨ ਦਾ ਵਿਦਆਊਟ ਆਇਲਸ ਵੀਜ਼ਾ ਅਪਰੂਵ ਕਰਵਾਉਣ ਦਾ। ਬਿਲਕੁਲ ਜੀ, ਜਲਦ ਤੋਂ ਜਲਦ ਅਪਲਾਈ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਸਮਾਂ ਘੱਟ ਹੈ, ਫਿਰ ਉਸ ਤੋਂ ਬਾਅਦ ਜਾਓਗੇ ਡਿਲੇ ਹੁੰਦੇ ਜਾਓਗੇ। ਅੱਛਾ ਸਰ, ਹੁਣ ਆਪਾਂ ਥੋੜਾ ਜਿਹਾ ਲਾਸਟ 3-4 ਮਿੰਟ ਬਚੇ ਨੇ ਸਿੰਗਾਪੁਰ ਤੇ ਆ ਜਾਂਦੇ ਆ, ਹਨਾ। ਸਿੰਗਾਪੁਰ 'ਚ ਬੱਚਿਆਂ ਦਾ ਕੀ ਫਿਊਚਰ ਮੰਨਦੇ ਹੋ ਤੁਸੀਂ, ਤੇ ਕਿਹਨਾਂ ਨੂੰ ਸੁਜੈਸਟ ਕਰਦੇ ਹੋ? ਕਿਉਂਕਿ ਜਦੋਂ ਬੱਚੇ ਦਾ ਇੱਕ ਵੀਕ ਪ੍ਰੋਫਾਈਲ ਵੀ ਹੈ ਨਾ, ਤਾਂ ਬੱਚਾ ਸੋਚਦਾ ਅੱਛਾ ਸਿੰਗਾਪੁਰ ਤੋਂ ਤਾਂ ਮੈਨੂੰ ਵਾਪਸ ਆਉਣਾ ਪਏਗਾ, ਕਿਉਂ ਨਾ ਮੈਂ ਯੂਰਪ ਦੀ ਕੋਈ ਕੰਟਰੀ ਸਿਲੈਕਟ ਕਰ ਲਾਂ ਜਿੱਥੇ ਮੈਂ PR ਵੀ ਹੋ ਸਕਾਂ। ਸਿੰਗਾਪੁਰ ਮੈਡਮ ਇਹ ਬਹੁਤ ਵੱਡੀ ਗਲਤਫਹਿਮੀ ਹੈ ਕਈ ਬੱਚਿਆਂ ਨੂੰ, ਕਈ ਕੰਸਲਟੈਂਟਸ ਨੂੰ ਪ੍ਰੋਪਰ ਨੌਲੇਜ ਨਹੀਂ ਹੈ ਜਿਹੜੇ ਕਿ ਕਹਿ ਦਿੰਦੇ ਕਿ 1 ਸਾਲ ਤੋਂ ਬਾਅਦ ਤੁਹਾਨੂੰ ਵਾਪਸ ਆਉਣਾ ਪਵੇਗਾ। ਸੋ ਦੇਖੋ ਜਿਹੜੇ ਬੱਚੇ ਗ੍ਰੈਜੂਏਟ ਬੱਚੇ ਜਾਂ +2 ਜਾ ਰਹੇ ਨੇ ਬੱਚੇ, +2 ਵਾਲੇ ਬੱਚਿਆਂ ਵਾਸਤੇ ਬੈਸਟ ਆਪਸ਼ਨ ਹੈ ਕਿ ਤੁਸੀਂ ਉੱਥੇ ਆਪਣਾ 1 ਸਾਲ ਦਾ ਡਿਪਲੋਮਾ ਕੰਪਲੀਟ ਕਰਨ ਤੋਂ ਬਾਅਦ ਅੱਗੇ ਐਡਵਾਂਸ ਡਿਪਲੋਮਾ 'ਚ ਤੁਸੀਂ ਐਡਮਿਸ਼ਨ ਲੈ ਸਕਦੇ ਹੋ। ਸੋ ਕੰਟੀਨਿਊ ਸਟੱਡੀ ਕਰਨਾ, ਕਿਸੇ ਵੀ ਕੰਟਰੀ ਜਾਂਦੇ ਹੋ ਤੁਹਾਨੂੰ ਉੱਥੇ ਜਾਂਦੇ ਇਹ ਨਹੀਂ ਹੈ ਕਿ ਸਿਰਫ ਆਪਾਂ ਗੱਲ ਕਰੀਏ ਯੂਕੇ ਦੀ ਜਾਂ ਆਸਟ੍ਰੇਲੀਆ ਦੀ। ਸੋ ਇਹ ਕੰਟਰੀ ਜਾਂ ਕੈਨੇਡਾ ਦੀ, ਇਸ ਕੰਟਰੀ ਦੇ ਵਿੱਚ ਹੈ ਤੁਸੀਂ ਗ੍ਰੈਜੂਏਸ਼ਨ ਕੰਪਲੀਟ ਕਰਨ ਤੋਂ ਬਾਅਦ ਤੁਹਾਨੂੰ 2 ਸਾਲ ਦਾ PSW ਵਰਕ ਪਰਮਿਟ ਮਿਲਦਾ ਹੈ। ਲੇਕਿਨ ਅਗਰ ਮੈਂ ਸਾਈਪਰਸ ਦੀ ਗੱਲ ਕਰਾਂ ਜਾਂ ਹੋਰ ਕੰਟਰੀਜ਼ ਦੀ ਗੱਲ ਕਰਾਂ, ਵਿਦਆਊਟ ਆਇਲਸ ਕੰਟਰੀਜ਼ ਦੀ ਗੱਲ ਕਰਾਂ, ਤਾਂ ਉੱਥੇ ਤੁਹਾਨੂੰ ਕੰਟੀਨਿਊ ਸਟੱਡੀ ਕਰਨੀ ਪੈਂਦੀ ਹੈ 4 to 5 years, ਦੈਨ ਤੁਹਾਡੇ ਉੱਥੇ ਚਾਂਸਿਸ ਬਣਦੇ ਆ PR ਦੇ। ਸੋ ਸਿੰਗਾਪੁਰ ਵਿੱਚ ਵੀ ਹੈ ਕਿ ਪਹਿਲੇ ਅਗਰ ਤੁਸੀਂ ਡਿਪਲੋਮਾ 'ਚ ਜਾ ਰਹੇ ਹੋ, ਉਹ ਬੱਚਾ ਜਿਹੜਾ ਜਿਹਦੀ ਕੁਆਲੀਫਿਕੇਸ਼ਨ 10+2 ਹੈ, ਉਸ ਤੋਂ ਬਾਅਦ ਤੁਸੀਂ ਐਡਵਾਂਸ ਡਿਪਲੋਮਾ 'ਚ ਅਪਲਾਈ ਕਰਦੇ ਹੋ, ਫਿਰ ਤੁਸੀਂ S ਪਾਸ ਜਿਹੜਾ ਕਿ 2 ਸਾਲ ਦਾ ਵਰਕ ਪਰਮਿਟ ਹੈ, ਸਕਿਲਡ ਪਾਸ, ਤੁਸੀਂ ਉਹਦੇ ਵਾਸਤੇ ਐਲੀਜੀਬਲ ਹੋ। ਅਗਰ ਡਾਇਰੈਕਟ ਤੁਸੀਂ ਗ੍ਰੈਜੂਏਟ ਹੋ, ਉਹ ਬੱਚਿਆਂ ਵਾਸਤੇ ਤਾਂ ਬਹੁਤ ਹੀ ਗੋਲਡਨ ਆਪਰਚੁਨਿਟੀ ਹੈ। ਅਗਰ ਤੁਹਾਡਾ ਗੈਪ ਬਹੁਤ ਜ਼ਿਆਦਾ 8-10 ਸਾਲ ਦਾ ਗੈਪ ਹੈ ਜਾਂ 2-3 ਸਾਲ ਦਾ ਗੈਪ ਹੈ, ਲੇਕਿਨ ਤੁਹਾਡੇ ਕੋਲ ਇੰਨਾ ਬਜਟ ਨਹੀਂ ਹੈ ਕਿ ਤੁਸੀਂ UK ਜਾਂ ਕਿਸੇ ਹੋਰ ਕੰਟਰੀ ਤੁਸੀਂ ਅਪਲਾਈ ਕਰ ਸਕੋ। ਕਿਉਂਕਿ ਅਗਰ ਮੈਂ UK ਦੀ ਗੱਲ ਕਰਾਂ ਤਾਂ ਉੱਥੇ ਨੀਅਰ ਅਬਾਊਟ ਮਾਸਟਰਸ ਦੀ ਜਿਹੜੀ ਫੀਸ ਹੈ ਉਹ 12 ਤੋਂ 13 ਲੱਖ ਰੁਪਏ ਪਰ ਈਅਰ ਹੈ। ਠੀਕ ਹੈ ਕਿ 1 ਸਾਲ ਦੀ ਮਾਸਟਰਸ ਹੈ, ਲੇਕਿਨ 12 ਤੋਂ 13 ਲੱਖ ਦਾ ਖਰਚਾ ਹੈ। NHS ਐਮਬੈਸੀ ਫੀਸ ਮਿਲਾ ਕੇ ਤੁਹਾਡਾ 15 ਤੋਂ 16 ਲੱਖ ਦਾ ਖਰਚਾ ਹੈ। ਸੋ ਅਗਰ ਤੁਸੀਂ ਇੰਨਾ ਪੈਸਾ ਇਨਵੈਸਟ ਨਹੀਂ ਕਰ ਸਕਦੇ ਜਾਂ ਆਪਣੀ ਪੋਕਟ ਅਲਾਉ ਨਹੀਂ ਕਰਦੀ, ਤਾਂ ਦੇਖੋ ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਤੁਸੀਂ ਫਿਰ ਸਿੰਗਾਪੁਰ ਜਾ ਕੇ 3 ਤੋਂ 3.5-4 ਲੱਖ ਤੱਕ ਮੈਕਸਿਮਮ, ਤੋਂ ਵੱਖਰੇ ਡਿਪੈਂਡ ਵੈਰੀ ਕਰਦਾ ਕਿ ਤੁਹਾਡੇ ਕਾਲਜ ਕਿਹੜਾ ਹੈ। ਸੋ ਮੈਕਸਿਮਮ 3 ਤੋਂ ਲੈ ਕੇ 4 ਲੱਖ ਤੱਕ ਤੁਹਾਡੀ ਜਿਹੜੀ ਫੀਸ ਆਏਗੀ। ਟੋਟਲ ਖਰਚਾ ਜਿਹੜਾ ਤੁਹਾਡਾ ਹੋਏਗਾ 3 ਤੋਂ 4 ਲੱਖ ਹੋਏਗਾ। ਤੁਸੀਂ ਸਿੰਗਾਪੁਰ ਜਾ ਕੇ ਗ੍ਰੈਜੂਏਟ ਬੱਚਾ ਡਾਇਰੈਕਟ ਐਡਵਾਂਸ ਡਿਪਲੋਮਾ 'ਚ ਐਡਮਿਸ਼ਨ ਲਏਗਾ ਔਰ ਉਸ ਤੋਂ ਬਾਅਦ ਉਹ ਵੀਜ਼ਾ ਪਾਸ ਵਾਸਤੇ ਐਲੀਜੀਬਲ ਹੈ। ਸੋ ਇੰਪਲਾਇਮੈਂਟ ਪਾਸ ਜਿਹੜਾ ਕਿ 2 ਸਾਲ ਦਾ ਹੋਏਗਾ, ਉਹਦੀ ਸਟਾਰਟਿੰਗ ਸੈਲਰੀ ਜੋ ਹੈ ਉਹ 2200 ਸਿੰਗਾਪੁਰ ਡਾਲਰ ਹੈ ਔਰ ਨੀਅਰ ਅਬਾਊਟ 1.25 ਲੱਖ ਰੁਪਏ ਤੁਹਾਡੀ ਪਰ ਮੰਥ ਤੁਹਾਨੂੰ ਸੈਲਰੀ ਪੈਕੇਜ ਮਿਲੇਗਾ। ਸੋ ਬਹੁਤ ਵਧੀਆ ਆਪਸ਼ਨਸ ਨੇ, ਲੇਕਿਨ ਗੱਲ ਕੀ ਹੈ ਕਿ ਪ੍ਰੋਪਰ ਨੌਲੇਜ ਨਹੀਂ ਹੈ ਕੰਸਲਟੈਂਟ ਨੂੰ ਕਿ ਜਿਹੜਾ ਜਿਸ ਕੰਟਰੀ ਨੂੰ ਪ੍ਰਮੋਟ ਕਰ ਰਿਹਾ ਉਹਨੂੰ ਉਸ ਕੰਟਰੀ ਦੀ ਹੀ ਨੌਲੇਜ ਹੈ। ਅਗਰ ਤੁਸੀਂ ਉਹਦੇ ਕੋਲ ਜਾਓਗੇ ਉਹ ਕਹੇਗਾ ਨਹੀਂ ਯਾਰ ਉਸ ਕੰਟਰੀ ਬਾਰੇ ਪ੍ਰੋਪਰ ਬੈਨੀਫਿਟ ਨਹੀਂ ਹੈ ਤੁਹਾਨੂੰ ਜਾਣਦਾ, ਕਿਉਂਕਿ ਉਹਨੂੰ ਪ੍ਰੋਪਰ ਨੌਲੇਜ ਨਹੀਂ ਹੈ। ਹੁਣ UK ਬੱਚਾ ਜਾ ਰਿਹਾ, ਬਹੁਤ ਸਾਰੇ ਲੋਕੀ ਮੈਡਮ ਕਹਿੰਦੇ ਨੇ, ਅੱਜ ਵੀ ਕਹਿੰਦੇ ਨੇ ਕਿ ਇਸ UK ਜਾਣ ਦਾ ਬੈਨੀਫਿਟ ਨਹੀਂ ਹੈ। ਕਿਉਂ ਬੈਨੀਫਿਟ ਨਹੀਂ? ਯਾਰ ਉੱਥੇ PR ਨਹੀਂ ਹੈ। ਅਰੇ ਸਰਚ ਤੇ ਕਰੋ ਨਾ, PR ਨਹੀਂ ਹੈ। ਹੁਣ ਅਗਰ ਗੂਗਲ ਤੇ ਸਾਰੀ ਇਨਫੋਰਮੇਸ਼ਨ ਹੈ, ਉੱਥੋਂ ਦੇ ਪ੍ਰਾਈਮ ਮਿਨਿਸਟਰ ਨੇ ਅਨਾਉਂਸਮੈਂਟ ਕਰਤੀ ਹੈ ਔਰ ਇਹ ਚੀਜ਼ ਇੰਪਲੀਮੈਂਟ ਵੀ ਹੋ ਚੁੱਕੀ ਹੈ। ਬੱਚਿਆਂ ਨੂੰ ਵਰਕ ਪਰਮਿਟ ਵੀ ਮਿਲਣਾ ਸਟਾਰਟ ਹੋ ਗਿਆ ਹੈ। ਜਿਹੜੇ ਬੱਚੇ ਉੱਥੇ 70 ਪੁਆਇੰਟ ਅਚੀਵ ਕਰਨਗੇ ਉਹ ਬੱਚੇ PR ਵਾਸਤੇ ਐਲੀਜੀਬਲ ਹੈ। ਸੋ ਉਹੀ ਗੱਲ ਹੈ ਕਿ ਲਿਟਲ ਨੌਲੇਜ ਡੇਂਜਰ ਥਿੰਗ। ਪ੍ਰੋਪਰ ਨੌਲੇਜ ਨਹੀਂ ਹੈ ਤਾਂ ਫਿਰ ਉਸ ਚੀਜ਼ ਨੂੰ ਤੁਸੀਂ, ਅਗਰ ਤੁਹਾਨੂੰ ਕੋਈ ਗਲਤ ਗਾਈਡ ਕਰੇਗਾ, ਤੁਸੀਂ ਉਹ ਤੋਂ ਕਨਵਿੰਸ ਹੋਵੋਗੇ ਤੇ ਆਪਣਾ ਹੀ ਲਾਸ ਕਰੋਗੇ। ਬਿਲਕੁਲ ਜੀ, ਬਿਲਕੁਲ। ਸੋ ਸਰ ਲਾਸਟ 1 ਮਿੰਟ ਹੀ ਆਪਾਂ ਕਾਲ ਲੈਣੇ ਆ ਲਾਸਟ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ? ਹਾਂਜੀ ਨੀਤੂ ਦੱਸੋ ਜਲਦੀ, ਕੀ ਸਵਾਲ ਹੈ? ਹਾਂਜੀ, किस कंट्री अप्लाई करना चाह रहे हो? किस कंट्री जाना है? UK, ठीक है सर। डेफिनेटली ਤੁਸੀਂ ਅਪਲਾਈ ਕਰ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਹੈ। ਐਜ਼ ਸੂਨ ਐਜ਼ ਪੋਸੀਬਲ, ਮੈਂ ਕਿਉਂਕਿ ਇਸ਼ਾਰਾ ਹੋ ਰਿਹਾ ਹੈ कि 1 ਮਿੰਟ ਤੋਂ ਜ਼ਿਆਦਾ ਨਹੀਂ ਹੈ। ਸੋ ਮੈਂ ਹੀ ਬੱਚੇ ਨੂੰ ਕਹਾਂਗਾ ਲਾਸਟ ਵਿੱਚ ਡੈਫੀਨਿਟਲੀ ਤੁਹਾਨੂੰ ਵੀਜ਼ਾ ਮਿਲੇਗਾ। ਸੋ ਦੋਨੋਂ ਆਪਸ਼ਨਸ ਹੈ ਕਿ ਤੁਸੀਂ ਪੇਮੈਂਟ ਵੀਜ਼ਾ ਤੋਂ ਬਾਅਦ ਕਰਨਾ ਚਾਹ ਰਹੇ ਹੋ ਜਾਂ ਨਾਰਮਲ ਪ੍ਰੋਸੈਸ ਕਰਨਾ ਚਾਹ ਰਹੇ ਹੋ। ਸਾਈਨ ਓਵਰਸੀਜ਼ ਦੋਨੋਂ ਤਰ੍ਹਾਂ ਦੇ ਪ੍ਰੋਸੈਸ ਵਿੱਚ ਬੱਚਿਆਂ ਨੂੰ ਡੀਲ ਕਰ ਰਿਹਾ। ਸੋ ਆਪਣੇ ਪੇਰੈਂਟਸ ਨੂੰ ਲੈ ਕੇ ਓਰੀਜਨਲ ਡਾਕੂਮੈਂਟਸ ਲੈ ਕੇ ਸਾਈਨ ਓਵਰਸੀਜ਼ ਵਿਜ਼ਿਟ ਕਰੋ ਔਰ ਆਪਣੇ ਜਿਸ ਕੰਟਰੀ ਵਾਸਤੇ ਤੁਸੀਂ ਜਾਣਾ ਚਾਹ ਰਹੇ ਹੋ, ਜਿਸ ਕੰਟਰੀ ਵਾਸਤੇ ਤੁਹਾਡੀ ਐਲੀਜੀਬਿਲਟੀ ਬਣ ਰਹੀ ਹੋਏਗੀ, ਉਸ ਕੰਟਰੀ ਤੁਹਾਨੂੰ ਡੈਫੀਨਿਟਲੀ ਅਸੀਂ ਵੀਜ਼ਾ ਕਰਵਾ ਕੇ ਦੇਵਾਂਗੇ, ਅਪਰੂਵ ਕਰਵਾ ਕੇ ਦੇਵਾਂਗੇ। ਬਿਲਕੁਲ ਜੀ, ਬਿਲਕੁਲ। ਸੋ ਛੇਤੀ ਤੋਂ ਛੇਤੀ ਜੀ ਨੰਬਰ ਆ ਗਏ ਨੇ ਤੁਹਾਡੇ ਕੋਲ। ਸ਼ੋਅ ਖਤਮ ਹੋਣ ਲੱਗਾ ਪਰ ਕੋਈ ਗੱਲ ਨਹੀਂ, ਤੁਸੀਂ ਇਹਨਾਂ ਨੰਬਰ ਤੇ ਦੁਬਾਰਾ ਵੀ ਫੋਨ ਕਰ ਸਕਦੇ ਹੋ। ਸੋ ਥੈਂਕ ਯੂ ਸੋ ਮਚ ਸਰ। ਥੈਂਕ ਯੂ ਮੈਮ, ਥੈਂਕ ਯੂ। ਸੋ ਸਟੂਡੈਂਟਸ, ਜਿਵੇਂ ਮੈਂ ਕਿਹਾ ਸੀਗਾ ਸ਼ੋਅ ਦੀ ਸਟਾਰਟਿੰਗ 'ਚ ਹੀ ਵਾਅਦਾ ਕੀਤਾ ਸੀਗਾ ਕਿ ਜਿਨ੍ਹਾਂ ਦੇ ਵੀਜ਼ੇ ਆਏ ਨੇ ਸਾਈਨ ਓਵਰਸੀਜ਼ ਦੇ ਕੋਲੋਂ, ਉਹਨਾਂ ਦੀ ਸਕਸੈਸ ਸਟੋਰੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ। ਸੋ ਉਹੀ ਸ਼ੇਅਰ ਕਰਨ ਲੱਗਿਆ, ਤੁਸੀਂ ਧਿਆਨ ਦੇ ਨਾਲ ਸੁਣਨੀ ਆ ਕਿੱਦਾਂ ਦੇ ਬੱਚਿਆਂ ਦੇ ਵੀਜ਼ੇ ਆਉਂਦੇ ਨੇ, ਕੀ ਰਿਵਿਊ ਹੈਗੇ ਨੇ ਉਹਨਾਂ ਦੇ ਸਾਈਨ ਓਵਰਸੀਜ਼ ਨੂੰ ਲੈ ਕੇ।
My name is Abhishek Sharma. I am from Himachal Pradesh. I know about Sai Overseas through advertisements like social media networks like Instagram, Facebook. And after that, I visit Sai Overseas, and I applied my student file through Sai Overseas, and I got my visa within 7 working days. I recommend Sai Overseas to all my friends, relatives, and viewers to visit Sai Overseas and fly to your dream destination. Thank you. Is Ankita Sen and my spouse name is Karan Devpan. We are from Amritsar, Punjab, and here we are want to give a special thanks to Sai Overseas to fulfill our dreams for future. And also I want to give a special thanks to all the members over here for their teamwork and how they have handled our file work. And especially want to tell that within 10 days we got our visas after applying in embassy and we are very glad that we came here for our applications. And also we are going to just recommend all these things to our all members also. And on the behalf of our family also, we are very thankful to Sai Overseas. Thank you. ਮੇਰਾ ਨਾਮ ਵਿਕਰਮਜੀਤ ਸਿੰਘ ਆ। ਮੈਂ ਫਲੋਰ ਦਾ ਰਹਿਣ ਵਾਲਾ ਆ। ਮੈਨੂੰ ਸੋਸ਼ਲ ਮੀਡੀਆ ਤੋਂ ਸਾਈ ਓਵਰਸੀਜ਼ ਬਾਰੇ ਪਤਾ ਲੱਗਾ ਤੇ ਮੈਂ ਆਪਣਾ ਯੂਕੇ ਦਾ ਵੀਜ਼ਾ ਅਪਲਾਈ ਕੀਤਾ ਵਿਦਆਊਟ ਆਈਲੈਟਸ। ਵਿਦਿਨ 7 ਡੇਜ਼ ਮੈਨੂੰ ਮੇਰਾ ਵੀਜ਼ਾ ਮਿਲ ਗਿਆ ਤਾਂ ਮੈਂ ਬਹੁਤ ਖੁਸ਼ ਹਾਂ ਅੱਜ। ਥੈਂਕ ਯੂ ਸਾਈ ਓਵਰਸੀਜ਼। ਮੇਰਾ ਨਾਮ ਜਸਪ੍ਰੀਤ ਕੌਰ ਹੈ ਤੇ ਮੇਰੇ ਸਪਾਊਸ ਦਾ ਨਾਮ ਹੈ ਮਨਦੀਪ ਸਿੰਘ। ਅਸੀਂ ਦੋਨਾਂ ਦਾ ਆਪਣਾ ਸਪਾਊਸ ਕੇਸ ਸਾਈ ਓਵਰਸੀਜ਼ ਤੋਂ ਅਪਲਾਈ ਕੀਤਾ ਸੀ ਫॉर ਯੂਕੇ। ਐਂਡ ਮੇਰੇ ਰਿਲੇਟਿਵਸ ਤੋਂ ਮੈਨੂੰ ਸਾਈ ਓਵਰਸੀਜ਼ ਬਾਰੇ ਪਤਾ ਲੱਗਾ ਅਤੇ ਮੈਂ ਇੱਥੋਂ ਆਪਣੀ ਫਾਈਲ ਲਗਵਾਈ ਅਤੇ ਮੇਰਾ ਵੀਜ਼ਾ ਵਿਦਿਨ ਵੀਕ ਮੈਂ ਰਿਸੀਵ ਕਰ ਲਿਆ। ਮੈਂ ਸਾਈ ਓਵਰਸੀਜ਼ ਦੀ ਸਰਵਿਸਿਜ਼ ਤੋਂ ਬਹੁਤ ਖੁਸ਼ ਹਾਂ। ਮੈਂ ਚਾਹੁੰਦੀ ਹਾਂ ਕਿ ਹੋਰ ਮੇਰੇ ਫਰੈਂਡਸ ਰਿਲੇਟਿਵਸ ਜੋ ਵੀ ਆਪਣਾ ਯੂਕੇ ਦਾ ਸਪਾਊਸ ਕੇਸ ਅਪਲਾਈ ਕਰਨਾ ਚਾਹੁੰਦੇ ਉਹ ਸਾਈ ਓਵਰਸੀਜ਼ ਆਉਣ ਅਤੇ ਇੱਥੋਂ ਆਪਣਾ ਵੀਜ਼ਾ ਰਿਸੀਵ ਕਰਨ। My name is Priyanka Harsh. I belong from Jalandhar. So I applied my UK study visa from Sai Overseas, and I came to know about the Sai Overseas from Instagram. Then I applied my visa from here. So within 7 days I got my visa and I applied without IELTS. So I strongly recommend to all friends and family members kindly visit Sai Overseas for the best services. Thank you so much Sai Overseas for this visa. ਥੈਂਕ ਯੂ। ਮੇਰਾ ਨਾਮ ਸਨਮਪ੍ਰੀਤ ਹੈ। ਮੇਰੇ ਹਸਬੈਂਡ ਦਾ ਨਾਮ ਸੁਮਿਤਪਾਲ ਸਿੰਘ ਹੈ। ਅਸੀਂ ਗੁਰਦਾਸਪੁਰ ਤੋਂ ਬਿਲੋਂਗ ਕਰਦੇ ਹਾਂ। ਅੱਜ ਮੈਂ ਆਪਣਾ ਸਪਾਊਸ ਵੀਜ਼ਾ ਰਿਸੀਵ ਕੀਤਾ ਯੂਕੇ ਦਾ ਵਿਦਆਊਟ ਆਈਲੈਟਸ ਤੇ ਵਿਦਆਊਟ ਐਮਬੈਸੀ ਇੰਟਰਵਿਊ। ਮੈਂ ਸਾਈ ਓਵਰਸੀਜ਼ ਦੀ ਸਰਵਿਸਿਜ਼ ਤੋਂ ਬਹੁਤ ਜ਼ਿਆਦਾ ਖੁਸ਼ ਹਾਂ। ਮੈਂ ਆਪਣੇ ਫਰੈਂਡਸ ਤੇ ਫੈਮਿਲੀ ਨੂੰ ਰਿਕਮੈਂਡ ਕਰਦੀ ਹਾਂ ਕਿ ਪਲੀਜ਼ ਸਾਈ ਓਵਰਸੀਜ਼ ਵਿਜ਼ਿਟ। ਮੇਰਾ ਨਾਮ ਤਮੰਨਾ ਹੈ। ਮੈਂ ਲੁਧਿਆਣਾ ਦੀ ਰਹਿਣ ਵਾਲੀ ਹਾਂ। ਮੈਂ ਸਾਈ ਓਵਰਸੀਜ਼ ਬਾਰੇ ਐਡਵਰਟਾਈਜ਼ਮੈਂਟ ਤੋਂ ਦੇਖਿਆ ਸੀ ਤੇ ਮੈਂ ਇੱਥੇ ਆ ਕੇ ਵਿਜ਼ਿਟ ਕੀਤਾ ਤੇ ਮੈਂ ਜਸਪ੍ਰੀਤ ਸਰ ਨਾਲ ਡਿਸਕਸ ਕੀਤੀ ਆਪਣੀ ਫਾਈਲ ਤੇ ਅੱਜ ਮੈਂ ਵਿਦਆਊਟ ਆਈਲਸ ਤੇ ਵਿਦਆਊਟ ਐਮਬੈਸੀ ਇੰਟਰਵਿਊ ਆਪਣਾ ਵੀਜ਼ਾ ਹਾਸਿਲ ਕਰ ਲਿਆ ਹੈ ਤੇ ਮੈਨੂੰ ਬਹੁਤ ਖੁਸ਼ੀ ਆਪਣੇ ਵੀਜ਼ੇ ਆਉਣ ਦੀ। ਤੇ ਅਬ ਮੈਂ ਆਪਣੀ ਫੁੱਲ ਜੋ ਵੀ ਮੇਰੀ ਫੈਮਿਲੀ ਔਰ ਫਰੈਂਡਸ ਆਉਣਾ ਚਾਹੁੰਦੇ ਅਬਰੋਡ ਜਾਣਾ ਚਾਹੁੰਦੇ ਹੈ ਉਹਨਾਂ ਨੂੰ ਰਿਕਮੈਂਡ ਕਰੂੰਗੀ ਆਪਣੇ ਸਾਈ ਓਵਰਸੀਜ਼ ਆਉਣ ਤੇ ਆਪਣੇ ਬਾਹਰ ਜਾਣ ਦਾ ਸੁਪਨਾ ਪੂਰਾ ਕਰਨ। ਥੈਂਕ ਯੂ ਸੋ ਮਚ। ਨਾਮ ਤਰਨਵੀਰ ਸਿੰਘ ਹੈ। ਮੈਂ ਬਿਆਸ ਪਿੰਡ ਦਾ ਰਹਿਣ ਵਾਲਾ ਹਾਂ, ਡਿਸਟ੍ਰਿਕਟ ਜਲੰਧਰ। ਅਤੇ ਮੇਰੇ ਬ੍ਰਦਰ ਨੇ ਮੈਨੂੰ ਸਾਈ ਓਵਰਸੀਜ਼ ਰੈਕਮੈਂਡ ਕੀਤਾ। ਜਦੋਂ ਮੈਂ ਇੱਥੇ ਵਿਜ਼ਿਟ ਕੀਤਾ ਆਪਣੇ ਡਾਕੂਮੈਂਟ ਸਾਰੇ ਸਬਮਿਟ ਕੀਤੇ ਵਿਦਆਊਟ ਆਈਲਸ ਮੈਂ ਆਪਣਾ ਯੂਕੇ ਦਾ ਵੀਜ਼ਾ ਅਪਲਾਈ ਕੀਤਾ। ਦੈਨ ਮੈਨੂੰ ਨਾ ਕੋਈ ਐਮਬੈਸੀ ਦੀ ਇੰਟਰਵਿਊ ਦੇਣੀ ਪਈ ਅਤੇ ਮੇਰੇ 6 ਡੇ ਵਿੱਚ ਮੇਰਾ ਵੀਜ਼ਾ ਆ ਗਿਆ। ਦੈਨ ਆਈ ਐਮ ਵੈਰੀ ਹੈਪੀ ਨਾਓ ਆਈ ਗੋਟ ਮਾਈ ਵੀਜ਼ਾ। ਮੈਂ ਆਪਣੇ ਸਾਰੇ ਫਰੈਂਡਸ ਨੂੰ ਰੈਕਮੈਂਡ ਕਰਦਾ ਹਾਂ ਕਿ ਸਾਈ ਓਵਰਸੀਜ਼ ਜ਼ਰੂਰ ਵਿਜ਼ਿਟ ਕਰੋ। ਮੇਰਾ ਨਾਮ ਵਿਜੇ ਵਰਮਾ ਹੈ। ਮੈਂ ਲੁਧਿਆਣੇ ਦਾ ਰਹਿਣ ਵਾਲਾ ਵਾਂ। ਮੈਂ ਸਾਈ ਓਵਰਸੀਜ਼ ਵਿਜ਼ਿਟ ਕੀਤਾ ਸੀ ਥਰੂ ਐਡਵਰਟੀਜ਼ਮੈਂਟ ਤੋਂ ਅਤੇ ਮੈਂ ਜਸਪ੍ਰੀਤ ਸਰ ਨਾਲ ਆਪਣੀ ਫਾਈਲ ਨੂੰ ਡਿਸਕਸ ਕੀਤਾ ਅਤੇ ਅੱਜ ਮੇਰਾ ਵੀਜ਼ਾ ਮੇਰੇ ਹੱਥ ਦੇ ਕੋਲੇ ਆ। ਅਤੇ ਮੈਂ ਸਾਰੇ ਫਰੈਂਡ ਅਤੇ ਰਿਲੇਟਿਵਸ ਨੂੰ ਇਹੀ ਕਹਿਣਾ ਚਾਹੁੰਦਾ ਵੀ ਤੁਸੀਂ ਇੱਕ ਵਾਰੀ ਸਾਈ ਓਵਰਸੀਜ਼ ਵਿਜ਼ਿਟ ਕਰੋ ਅਤੇ ਆਪਣੇ ਬਾਹਰ ਜਾਣ ਦਾ ਸੁਪਨਾ ਪੂਰਾ ਕਰੋ। ਪਲੱਸ ਇਹ ਵੀ ਇੱਕ ਗੱਲ ਆ ਵੀ ਮੇਰਾ ਬਿਨਾਂ ਇੰਟਰਵਿਊ ਅਤੇ ਬਿਨਾਂ ਵਿਦਆਊਟ ਆਈਲੈਟਸ ਮੇਰਾ ਵੀਜ਼ਾ ਲੱਗਾ। ਤੁਸੀਂ ਸਭ ਦੇਖ ਸਕਦੇ ਹੋ। ਥੈਂਕ ਯੂ ਸਾਈ ਓਵਰਸੀਜ਼।